ਸਾਡੇ ਪੰਜਾਬੀ ਜਦੋਂ ਨਾ ਵੋਟ ਪਾਉਣ ਦਾ ਟਾਈਮ ਹੁੰਦਾ ਆ ਉਦੋਂ ਸੋਚ ਵਿਚਾਰ ਨਹੀਂ ਕਰਦੇ ਹੈਗੇ, ਬਹੁਤ ਛੋਟੀ ਸੋਚ ਰੱਖਦੇ ਆ। ਜਦੋਂ ਕੇਜਰੀਵਾਲ ਵੋਟਾਂ ਤੋਂ ਪਹਿਲਾਂ ਕਹਿੰਦਾ ਸੀਗਾ ਨਾ ਦਿੱਲੀ ਮਾਡਲ ਬਹੁਤ ਵੱਡਾ ਇਹਨਾਂ ਨੇ ਇੱਕ ਮਿਨੀ ਰਾਗ ਲਾਇਆ ਹੋਇਆ ਸੀਗਾ ਕਿ ਦਿੱਲੀ ਮਾਡਲ ਲਾਗੂ ਕਰਨਾ। ਪੰਜਾਬੀਆਂ ਨੂੰ ਲੱਗਦਾ ਸੀ ਪਤਾ ਨਹੀਂ ਕੀ ਆ ਦਿੱਲੀ ਮਾਡਲ, ਜਿਨ੍ਹਾਂ ਨੇ ਦੇਖਿਆ ਹੀ ਨਹੀਂ ਸੀ ਕਦੀ ਦਿੱਲੀ ਮਾਡਲ। ਦਿੱਲੀ ਦੇ ਵਿੱਚ ਜਿਹੜੀਆਂ ਵੱਡੀਆਂ ਬਿਲਡਿੰਗਾਂ ਆ ਨਾ, ਜਿਹੜੀਆਂ ਬਣੀਆਂ ਹੋਈਆਂ, ਵੱਡੇ ਮਾਲ ਬਣੇ ਹੋਏ ਆ, ਠੀਕ ਆ ਨਾ, ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਉਹਦੇ ਨੀਆਂ ਦੇ ਵਿੱਚ ਹੈ ਨਾ, ਜਿੱਦਾਂ ਸਾਡੇ ਸਾਹਿਬਜ਼ਾਦੇ ਚਿਣੇ ਹੋਏ ਸੀਗੇ, ਇੱਦਾਂ ਉੱਥੇ ਗਰੀਬਾਂ ਦੀਆਂ ਲਾਸ਼ਾਂ ਚਿਣੀਆਂ ਹੋਈਆਂ ਆ। ਜਦੋਂ ਗਰੀਬਾਂ ਦੇ ਘਰ ਢਹਿਣਗੇ ਤਾਂ ਫੇਰ ਹੀ ਵੱਡੀਆਂ ਬਿਲਡਿੰਗਾਂ, ਵੱਡੇ ਮਾਲ ਬਣਨਗੇ। ਇਹਨੂੰ ਕਹਿੰਦੇ ਆ ਜੀ ਦਿੱਲੀ ਮਾਡਲ। ਹੁਣ ਉਹ ਸਰਕਾਰ ਦਿੱਲੀ ਮਾਡਲ ਬਣਾਉਣ ਦੀ ਇੱਥੇ ਕੋਸ਼ਿਸ਼ ਕਰ ਰਹੀ ਆ, ਤਾਂ ਫਿਰ ਹੁਣ ਸਾਡੀਆਂ ਚੀਕਾਂ ਨਿਕਲਦੀਆਂ ਆ ਕਿ ਮੰਦਿਰਾਂ ਦੇ ਵਿੱਚ ਦਾਨ ਦੇਣਾ, ਗਲਤ ਹੱਥ ਦੇ ਵਿੱਚ ਵੋਟ ਦੇਣਾ, ਦੁਸ਼ਮਣ ਦੇ ਹੱਥ ਤਲਵਾਰ ਫੜਾਉਣ ਵਾਲੀ ਗੱਲ ਆ ਜਿਹੜੀ ਇੱਕ ਦਿਨ ਸਾਡੀ ਧੌਣ ਤੇ ਆ ਕੇ ਲਟਕਣੀ ਆ। ਇਹ ਉਹੀ ਤਲਵਾਰ ਜਿਹੜੀ ਸਾਡੇ ਪੰਜਾਬੀਆਂ ਨੇ ਫੜਾਤੀ ਨਾ ਇਹਨਾਂ ਨੂੰ, ਠੀਕ ਆ, ਉਸ ਗਰੀਬਾਂ ਦੇ ਧੌਣ ਤੇ ਤਾਂ ਕੀ ਲਟਕਣੀ, ਉਹ ਹੁਣ ਭਗਵੰਤ ਮਾਨ ਦੀ ਧੌਣ ਤੇ ਵੀ ਲਟਕਦੀ ਹੈ। ਇਹ ਤਾਂ ਕੇਜਰੀਵਾਲ ਦੀ ਪਾਲਿਸੀ ਆ ਵੀ ਮੈਂ 5 ਮਰਲੇ ਦੀ ਜਗ੍ਹਾ ਦੇਣੀ ਆ। ਜਿਨ੍ਹਾਂ ਦੇ ਕੋਲ ਘਰ ਨਹੀਂ ਹੈਗੇ, ਉਹ ਕਹਿੰਦਾ ਸੀ ਨਾ ਮੈਂ ਦਿੱਲੀ ਦੇ ਵਿੱਚ ਘਰ ਬਣਾ ਕੇ ਦਿੱਤੇ ਆ, ਪੱਕੀਆਂ ਰਜਿਸਟਰੀਆਂ ਦਿੱਤੀਆਂ ਆ, ਝੁੱਗੀਆਂ ਵਾਲਿਆਂ ਨੂੰ ਬਣਾ ਕੇ ਦਿੱਤੇ, ਪੱਕੇ ਮਕਾਨ ਬਣਾ ਕੇ ਦਿੱਤੇ। ਇਹ ਝੁੱਗੀਆਂ ਥੋੜੀ ਜਿਹੀ ਤਾਂ ਪੱਕੇ ਮਕਾਨ ਸੀਗੇ, ਇਹ ਤਾਂ ਢਾਹ ਦਿੱਤੇ ਗਏ ਆ। ਇਹ ਤਾਂ ਉਹ ਲੋਕ ਆ ਜਿਨ੍ਹਾਂ ਨੇ ਦਿੱਲੀ ਝੁਕਾਤੀ। ਇਹ ਪੰਜਾਬ ਤੋਂ ਸ਼ੁਰੂ ਹੋਇਆ ਨਾ ਅੰਦੋਲਨ। ਇਹ ਪੰਜਾਬੀ ਲੋਕ ਆ। ਮੈਂ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ, ਭੁਲੇਖਾ ਕੱਢ ਦੇ, ਇਹ ਦਬਣ ਵਾਲੇ ਲੋਕ ਨਹੀਂ ਹੈਗੇ। ਤੂੰ ਚਾਹੇ ਇੱਥੇ ਅੱਤਵਾਦੀਆਂ ਨਾਲ ਜਾਰੀ ਪਾ ਲਾ, ਚਾਹੇ ਬਦਮਾਸ਼ਾਂ ਨਾਲ ਜਾਰੀ ਪਾ ਲਾ, ਚਾਹੇ ਗੁੰਡਿਆਂ ਨਾਲ, ਚਾਹੇ ਜਿੱਡੇ ਮਰਜ਼ੀ ਧਨਾੜ ਲਿਆ ਕਾਰਪੋਰੇਟ। ਇਹ ਸਰਕਾਰ ਨਾ ਤਾਂ ਸਾਨੂੰ ਕਾਨੂੰਨ ਸਿਖਾਵੇ, ਵੀ ਨਾ ਉਹ ਸਮਝੇ ਵੀ ਅਸੀਂ ਨਿਆਣੇ ਆ, ਨਾ ਇਹ ਕੇਜਰੀਵਾਲ ਸਮਝੇ ਵੀ ਪੰਜਾਬੀ ਬੇਵਕੂਫ ਹੋਣਗੇ। ਬੇਵਕੂਫ ਸਿਰਫ ਭਗਵੰਤ ਮਾਨ ਆ ਜਿਹਨੂੰ ਤੂੰ ਚਾਰੀ ਜਾਂਦਾ। ਸਾਨੂੰ ਪਤਾ ਵੀ ਦਸ਼ਮੇਸ਼ ਪਿਤਾ ਨੇ ਕਿਹਾ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਜਿੱਦਣ ਪੰਜਾਬੀਆਂ ਨੇ ਖਾਲਸਾ ਰਾਜ ਲੈਣਾ ਆਪਣੇ ਬਲ ਤੇ ਹੀ ਲੈਣਾ ਆ। ਇਹ ਕਿਸੇ ਇਹਨਾਂ ਨੂੰ ਕੇਜਰੀਵਾਲ ਨਾਲ ਮੋਦੀ ਨੇ ਨਹੀਂ ਦੇਣਾ। ਪੰਜਾਬੀਆਂ ਨੇ ਬਹੁਤ ਵੱਡੀ ਗਲਤੀ ਕਰ ਲਈ ਇਹਨਾਂ ਦੇ ਹੱਥ ਰਾਜ ਫੜਾ ਕੇ, ਠੀਕ ਹੈ ਨਾ। ਭਗਵੰਤ ਮਾਨ ਨੂੰ ਦਾਰੂ ਪਿਲਾ ਕੇ ਸ਼ਾਮ ਨੂੰ ਸੁਲਾ ਦਿੰਦੇ ਆ। ਉਹਦਾ ਕੋਈ ਬਿਆਨ ਆਇਆ ਦੱਸੋ ਇਸ ਮਸਲੇ ਤੇ? ਬਿਆਨ ਆਇਆ? ਉਹ ਸੁੱਤਾ ਪਿਆ ਹੈ, ਦਾਰੂ ਪੀ ਕੇ ਸੁੱਤਾ ਪਿਆ ਹੁਣ। ਇਹ ਕਾਰਪੋਰੇਟਰਾਂ ਦਾ ਕਿਉਂ ਜ਼ਿਕਰ ਆ ਰਿਹਾ? ਉਧਰ ਵੀ ਕਾਰਪੋਰੇਟ ਘਰਾਣੇ ਮੁਰਦਾਬਾਦ। ਉੱਥੇ ਸਾਨੂੰ ਲੋਕ ਮਿਲੇ, ਉਹ ਕਹਿੰਦੇ ਵੀ ਆਗੂ ਇੱਥੇ ਬੋਲਦੇ ਆ, ਲੋਕੀ ਤਾਂ ਸਟੈਂਡ ਲੈਣ ਵਾਲੇ ਹੈ ਨਹੀਂ, ਇਹਨਾਂ ਨੇ ਨਹੀਂ ਖੜਨਾ ਜੀ। ਜੇ ਇਹਨਾਂ ਦੀਆਂ ਗੱਲਾਂ ਕਰਦੇ ਆ ਲੋਕੀ ਤਾਂ ਬਕਾਊ ਹੋ ਜਾਣੇ ਇੱਥੋਂ ਦੇ। ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਦਾ ਮਾਲਕ, ਉਹਨੇ ਲੱਡੂ ਵੇਚ ਕੇ ਇੱਥੇ ਇੱਕ ਯੂਨੀਵਰਸਿਟੀ ਬਣਾਈ ਆ ਫਗਵਾੜੇ ਦੇ ਕੋਲ, ਠੀਕ ਹੈ। ਕੀਤੀ ਜੀ। ਬਹੁਤੇ ਲੋਕ ਕਹਿੰਦੇ ਹੋਣਗੇ ਵੀ ਆਪਾਂ ਨੂੰ ਵੇਖ ਵੀ ਰਹੇ ਹੋਣਗੇ ਵੀ ਭਾਈ ਸਾਹਿਬ ਤਾਂ ਜੈਲਸ ਕਰਦੇ ਆ। ਉਹਨਾਂ ਨੇ ਤਾਂ ਮਿਹਨਤ ਕੀਤੀ ਹੋਣੀ, ਉਹਨਾਂ ਨੇ ਮਿਹਨਤ ਕਰਕੇ ਆਪਾਂ ਵੀ ਕੋਈ ਬਿਜ਼ਨਸ ਆਪਾਂ ਵਧਾ ਸਕਦੇ ਆ ਜੀ। ਬਹੁਤੇ ਲੋਕ ਕਹਿੰਦੇ ਨੇ ਇਸ ਤਰ੍ਹਾਂ, ਕਮੈਂਟ ਹੁੰਦੇ ਨੇ ਸੋਸ਼ਲ ਮੀਡੀਆ ਤੇ। ਜੇ LPU ਦਾ ਜ਼ਿਕਰ ਹੁੰਦਾ, ਨੀਚੇ ਰਿਪਲਾਈ ਹੁੰਦਾ ਵੀ ਉਹਨਾਂ ਨੇ ਤਾਂ ਮਿਹਨਤ ਕੀਤੀ ਹੈ ਜੀ, ਤੁਸੀਂ ਵੀ ਆਪਣੀ ਫੀਲਡ 'ਚ ਮਿਹਨਤ ਕਰ ਲਓ। ਤਰੱਕੀ ਗਰੀਬਾਂ ਦੇ ਘਰ ਉਜਾੜ ਕੇ ਖਾਣੀ ਆ। ਪੰਜਾਬ ਦੇ ਵਿੱਚ ਕਿਤੇ ਵੀ ਆਯੁਸ਼ਮਾਨ ਕਾਰਡ ਨਹੀਂ ਚੱਲਦਾ ਪਿਆ, ਗਰੀਬਾਂ ਦਾ ਇਲਾਜ ਨਹੀਂ ਕਿਤੇ ਹੋ ਰਿਹਾ। ਗਰੀਬ ਸਿਵਲ ਹਸਪੀਟਲ ਜਾਂਦਾ ਤਾਂ ਸਿਵਲ ਹਸਪੀਟਲ ਦਾ ਹਾਲ ਜਾ ਕੇ ਦੇਖਿਓ, ਤਬੇਲਾ ਬਣਿਆ ਹੋਇਆ ਆ, ਕੁੱਤੇ ਬੈਠੇ ਉੱਥੇ ਬੈੱਡਾਂ ਦੇ ਉੱਤੇ। ਇਹਨਾਂ ਨਾਲੋਂ ਵਧੀਆ ਤਾਂ ਪੁਰਾਣੀਆਂ ਜਿਹੜੀਆਂ ਸਰਕਾਰਾਂ, ਜਿਹੜੇ ਕਹਿੰਦੇ 70 ਸਾਲ ਵਾਲੀਆਂ, ਉਹਨਾਂ ਦੀਆਂ ਡਿਸਪੈਂਸਰੀਆਂ ਚੱਲਦੀਆਂ ਸੀ। ਨੈਸ਼ਨਲ ਮੀਡੀਆ ਜਿਹੜਾ ਕਿਸੇ ਸਮੇਂ ਸਰਕਾਰੀ ਮੀਡੀਆ ਹੁੰਦਾ ਸੀ, ਦੂਰਦਰਸ਼ਨ ਜਿਹੜਾ ਹੁੰਦਾ ਸੀ, ਦੂਰਦਰਸ਼ਨ ਨੂੰ ਤਾਂ ਹੁਣ ਕੋਈ ਦੇਖਦਾ ਹੀ ਨਹੀਂ ਹੈਗਾ। ਪ੍ਰਾਈਵੇਟ ਪਲੇਅਰਸ ਦੇ ਉੱਤੇ ਸਾਰਾ ਅੰਬਾਨੀ ਐਂਡ ਅਡਾਨੀਜ਼ ਦਾ ਕਬਜ਼ਾ ਹੈਗਾ ਆ। ਮੈਂ ਸਮਝਦਾ ਵੀ ਇਹ ਵਿਰੋਧ ਕਰਨ ਵਾਲੀ ਵੀ ਆਖਰੀ ਪੀੜ੍ਹੀ ਆ। ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਤਾਂ ਇਹ ਗੁਲਾਮੀ ਭਰ ਦੇਣਗੇ, ਗੁਲਾਮੀ ਦੀਆਂ ਜਿਹੜੇ ਆ ਟੀਕੇ ਲਾ ਦੇਣਗੇ, ਇਸ ਕਦਰ ਤੱਕ ਲਾ ਦੇਣਗੇ ਕਿ ਲੋਕ ਵਿਰੋਧ ਹੀ ਨਹੀਂ ਕਰਨਗੇ। ਵੀ ਅਸੀਂ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਇਹ B ਟੀਮ ਹੈਗੀ RSS ਦੀ। ਇਹ ਭਗਵੰਤ ਮਾਨ ਸਾਹਿਬ ਨੇ ਪ੍ਰੂਵ ਕਰ ਦਿੱਤਾ ਕਿ ਅਸੀਂ B ਟੀਮ ਹੈਗੇ ਆ। ਡੰਗਰਾਂ ਦਾ ਕਿੰਨਾ ਬੁਰਾ ਹਾਲ ਆ, ਬੱਚਿਆਂ ਦਾ ਬੁਰਾ ਹਾਲ ਹੈਗਾ, ਕੋਈ ਇੱਥੇ ਬਾਥਰੂਮ ਨਹੀਂ ਜਾਣ ਨੂੰ ਹੈਗਾ। ਚਲੋ ਰਾਤੀ ਹਜੇ ਪ੍ਰਬੰਧ ਹੋਇਆ ਤੰਬੂਆਂ ਦਾ, ਉਦੋਂ ਪਹਿਲਾਂ ਤਾਂ ਕੋਈ ਤੰਬੂ ਵੀ ਨਹੀਂ ਸੀਗਾ। ਸੋ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਬਿਹਾਰ, ਇਹ ਦਿੱਲੀ ਮਾਡਲ ਮੇਰੇ ਹਿਸਾਬ ਨਾਲ ਇਹੀ ਸੀ ਵੀ ਪੰਜਾਬ ਨੂੰ ਅਸੀਂ ਬਿਹਾਰ UP ਬਣਾ ਦੇਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਜਲੰਧਰ ਦੇ ਲਤੀਫਪੁਰਾ ਇਲਾਕੇ ਦੇ ਵਿੱਚ ਕੁਝ ਦਿਨ ਪਹਿਲਾਂ ਇੰਪਰੂਵਮੈਂਟ ਟਰਸਟ ਵੱਲੋਂ ਜਿਹੜਾ ਆਹ ਤੁਸੀਂ ਪਿੱਛੇ ਮਲਬਾ ਵੇਖ ਰਹੇ ਹੋ, ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਇਹ ਜਿਹੜੇ ਘਰ ਸੀਗੇ, ਹੱਸਦੇ ਵਸਦੇ ਘਰ ਸੀਗੇ, ਇੰਪਰੂਵਮੈਂਟ ਟਰਸਟ ਵੱਲੋਂ ਕਿਹਾ ਗਿਆ ਕਿ ਇਹ ਨਜਾਇਜ਼ ਕਬਜ਼ੇ ਕੀਤੇ ਗਏ ਨੇ, ਤਾਂ ਜਿਸ ਨੂੰ ਲੈ ਕੇ ਇਹ ਘਰ ਢਹਿ ਢੇਰੀ ਕਰ ਦਿੱਤੇ ਗਏ ਨੇ। ਤਾਂ ਜਿਹੜੇ ਇੱਥੋਂ ਦੇ ਲੋਕ ਨੇ, ਵਸਨੀਕ ਨੇ, ਉਹ ਕਹਿ ਰਹੇ ਨੇ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ 1947 ਤੋਂ ਬਾਅਦ, ਉਹ ਇੱਥੇ ਵਸਦੇ ਨੇ, ਘਰਾਂ ਦੇ ਬਿਜਲੀ ਦੇ ਬਿੱਲ ਪੇ ਕਰਦੇ ਨੇ, ਹੋਰ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਸਰਕਾਰੀ ਮਿਲਦੀਆਂ ਰਹੀਆਂ ਨੇ, ਤਾਂ ਉਹਨਾਂ ਦੇ ਇਹ ਕਬਜ਼ੇ ਨਜਾਇਜ਼ ਨਹੀਂ ਹਨ। ਤਾਂ ਬਹੁਤ ਸਾਰੇ ਸਮਾਜ ਸੇਵੀ ਵੀ ਇੱਥੇ ਪਹੁੰਚ ਰਹੇ ਨੇ। ਖਾਲਸਾ ਐਡ ਵੱਲੋਂ ਇੱਥੋਂ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਤੇ ਖਾਸ ਤੌਰ ਤੇ ਸਮਾਜ ਸੇਵੀ ਵੀਰ ਵੀ ਇਸ ਜਿਹੜੇ ਲੋਕਾਂ ਦੀ ਹਮਦਰਦੀ ਪ੍ਰਗਟਾਉਣ ਵਾਸਤੇ ਪਹੁੰਚੇ ਨੇ। ਤੇ ਬਾਈ ਵਰੁਣ ਜੀ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਪੰਜਾਬੀ ਲੋਕ ਚੈਨਲ ਦਾ ਜਿਹੜਾ ਧੰਨਵਾਦ ਕਰਦਾ ਕਿ ਤੁਸੀਂ ਪਹੁੰਚੇ ਹੋ ਔਰ ਇਹਨਾਂ ਗਰੀਬ ਨਿਮਾਣਿਆਂ ਲਤਾੜਿਆਂ ਦੀ ਜਿਹੜੀ ਆਵਾਜ਼ ਆ ਉਹ ਉੱਪਰ ਤੱਕ ਪਹੁੰਚਾ ਰਹੇ ਹੋ। ਔਰ
ਜਿਹੜਾ ਇੱਥੇ ਜੋ ਹੋਇਆ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਪੱਕੇ ਮਕਾਨ ਬਣੇ ਹੋਏ ਸੀਗੇ। ਦੇਖੋ ਕਿੰਨਾ ਇਦਾਂ ਲੱਗਦਾ ਕਿ ਜਿੱਦਾਂ ਕੋਈ ਭੁਚਾਲ ਆਇਆ ਹੁੰਦਾ, ਜਿੱਦਾਂ ਕੋਈ ਕੁਦਰਤ ਦਾ ਬਹੁਤ ਵੱਡਾ ਕਹਿਰ ਹੋਇਆ ਹੁੰਦਾ ਆ। ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਕੁਦਰਤ ਦਾ ਕਹਿਰ ਨਹੀਂ, ਇਹ ਸਰਕਾਰਾਂ ਦਾ ਕਹਿਰ ਆ। ਸਰਕਾਰਾਂ ਨੇ ਜਿਹੜਾ ਆ ਇਹਨਾਂ ਦੇ ਘਰਾਂ ਨੂੰ, ਜਿਹੜਾ ਗਰੀਬ ਲੋਕ ਆ, ਇਹਨਾਂ ਦੇ ਗਰੀਬ ਸਿੱਖਾਂ ਦੇ ਘਰਾਂ ਨੂੰ ਜਿਹੜਾ ਆ ਉਹ ਢਹਿ ਢਹਿ ਬਲਡੋਜ਼ਰਾਂ ਦੇ ਨਾਲ ਕਰ ਦਿੱਤਾ ਗਿਆ। ਔਰ ਸਾਡੇ ਪੰਜਾਬੀ ਜਦੋਂ ਨਾ ਵੋਟ ਪਾਉਣ ਦਾ ਟਾਈਮ ਹੁੰਦਾ ਆ, ਉਦੋਂ ਸੋਚ ਵਿਚਾਰ ਨਹੀਂ ਕਰਦੇ ਹੈਗੇ, ਬਹੁਤ ਛੋਟੀ ਸੋਚ ਰੱਖਦੇ ਆ। ਤੇ ਦਿੱਲੀ ਬੰਬੇ ਯੂਪੀ ਤੋਂ ਆਏ ਲੋਕ ਇਹਨਾਂ ਨੂੰ ਛੋਟੇ ਛੋਟੇ ਲਾਲਚ ਦੇ ਦਿੰਦੇ ਆ ਕਿ ਅਸੀਂ ਤੁਹਾਨੂੰ ਜੀ ਲੇਡੀਜ਼ ਨੂੰ 1000 ਰੁਪਈਆ ਦੇਵਾਂਗੇ, ਠੀਕ ਆ, ਬੰਦਿਆਂ ਨੂੰ ਅਸੀਂ ਆਹ ਦੇਵਾਂਗੇ। ਨਹੀਂ, ਲਾਲਚ ਹੀ ਹੁੰਦੇ ਆ ਉਸ ਟਾਈਮ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ। ਤੇ ਸਾਡੇ ਲੋਕ ਜਿਹੜੇ ਉਹਨਾਂ ਦੇ ਮੰਨ ਲਓ ਵੀ ਜਿਹੜਾ ਉਹਨਾਂ ਦੀ ਚਲਾਕੀ ਇੱਕ ਚੱਕਰ ਵੀ ਹੁੰਦਾ ਉਹਦੇ ਵਿੱਚ ਫਸ ਜਾਂਦੇ ਆ। ਬਾਈ ਜੀ ਇੱਕ ਗੱਲ ਹੋ ਰਹੀ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਲਗਾਤਾਰ ਨਾਅਰੇ ਲਗਾਏ ਜਾ ਰਹੇ ਨੇ ਕਿ ਭਗਵੰਤ ਮਾਨ ਮੁਰਦਾਬਾਦ। ਜੇ ਸਰਕਾਰੀ ਨੁਮਾਇੰਦਿਆਂ ਦੀ ਗੱਲ ਕਰ ਲਈਏ, ਜੇ ਸਰਕਾਰ ਤਰਫ ਆਪਾਂ ਦੇਖੀਏ, ਉਹ ਕਹਿੰਦੇ ਕੋਰਟ ਦਾ ਡਿਸੀਜਨ ਸੀਗਾ, ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ, ਇਹ ਤਾਂ ਹੋਣਾ ਹੀ ਸੀ, ਇਹਦੇ ਵਿੱਚ ਸਰਕਾਰ ਦੀ ਕੋਈ ਇੰਟਰਫੇਰੈਂਸ ਤਾਂ ਹੈ ਨਹੀਂ, ਇਹ ਕੋਰਟ ਦਾ ਡਿਸੀਜਨ ਹੈ ਜੀ। ਦੇਖੋ ਕੋਈ ਵੀ ਕੰਮ ਇਦਾਂ ਦਾ ਨਹੀਂ ਹੁੰਦਾ ਜਿਹਦੇ ਵਿੱਚ ਸਰਕਾਰ ਦੀ ਇੰਟਰਫੇਰੈਂਸ ਨਾ ਹੋਵੇ। ਇਹ ਜਗ੍ਹਾ ਕਿਹਦੀ ਆ? ਅਪਰੂਵਮੈਂਟ ਟਰਸਟ ਦੀ ਆ। ਅਪਰੂਵਮੈਂਟ ਟਰਸਟ ਕਿਹਦਾ ਮਹਿਕਮਾ? ਸਰਕਾਰ ਦਾ ਮਹਿਕਮਾ ਹੀ ਆ, ਸਰਕਾਰ ਦੇ ਅੰਡਰ ਹੀ ਆ ਨਾ। ਯਾਨੀ ਕਿ ਇਹ ਸਰਕਾਰ ਦੀ ਜ਼ਮੀਨ ਸੀਗੀ, ਸਰਕਾਰ ਨੇ ਜਿਹੜਾ ਆ ਉਹ ਸੁਪਰੀਮ ਕੋਰਟ ਨਾਲ ਮੰਨ ਲਓ ਇਹਨੇ ਕੇਸ ਕੀਤਾ ਹੋਇਆ ਵੀ ਸਾਨੂੰ ਇਹਨਾਂ ਵੱਲੋਂ ਜਗ੍ਹਾ ਖਾਲੀ ਕਰਾ ਕੇ ਦਿਓ, ਠੀਕ ਆ ਨਾ। ਜੇ ਸਰਕਾਰ ਆਪਣਾ ਪੱਖ ਰੱਖਦੀ ਵੀ ਅਸੀਂ ਇਹਨਾਂ ਲੋਕਾਂ ਨੂੰ ਜਗ੍ਹਾ ਦੇਣੀ ਆ, ਇਹ ਲੋਕ ਆ, ਇਹ ਗਰੀਬ ਲੋਕ ਆ, ਇਹ 70 ਸਾਲ ਤੋਂ ਰਹਿ ਰਹੇ ਆ, ਅਸੀਂ ਇਹਨਾਂ ਨੂੰ ਉਜਾੜਨਾ ਨਹੀਂ ਹੈਗਾ, ਠੀਕ ਆ ਨਾ। ਤੇ ਸਰਕਾਰ ਜਿਹੜੀ ਆ ਉਹ ਜਿਹੜਾ ਅਪਰੂਵਮੈਂਟ ਟਰਸਟ ਮਹਿਕਮਾ ਆ ਉਹਨੂੰ ਪੈਸੇ ਭਰ ਕੇ, ਠੀਕ ਆ ਨਾ, ਇਹਨਾਂ ਨੂੰ ਜਿਹੜੀ ਇਹਨਾਂ ਦੀ ਛੱਤ ਜਿਹੜੀ ਆ ਉਹ ਇਹਨਾਂ ਦੇ ਸਿਰ ਤੋਂ ਜਿਹੜੀ ਆ ਉਹ ਖਿਸਕਣ ਤੋਂ ਬਚਾ ਸਕਦੀ ਸੀਗੀ, ਠੀਕ ਆ ਨਾ। ਮੈਂ ਤੁਹਾਨੂੰ ਦੱਸਦਾ ਜਿਹੜੀਆਂ ਇਹ ਪਾਲਿਸੀਆਂ ਆ ਨਾ, ਇਹ RSS ਦੀਆਂ ਇੱਕ ਪਾਲਿਸੀਆਂ ਆ। ਜਦੋਂ ਕੇਜਰੀਵਾਲ ਵੋਟਾਂ ਤੋਂ ਪਹਿਲਾਂ ਕਹਿੰਦਾ ਸੀਗਾ ਨਾ ਦਿੱਲੀ ਮਾਡਲ ਬਹੁਤ ਵੱਡਾ ਇਹਨਾਂ ਨੇ ਇੱਕ ਮਿਨੀ ਰਾਗ ਲਾਇਆ ਹੋਇਆ ਸੀਗਾ ਕਿ ਦਿੱਲੀ ਮਾਡਲ ਲਾਗੂ ਕਰਨਾ। ਪੰਜਾਬੀਆਂ ਨੂੰ ਲੱਗਦਾ ਸੀ ਪਤਾ ਨਹੀਂ ਕੀ ਆ ਦਿੱਲੀ ਮਾਡਲ, ਜਿਨ੍ਹਾਂ ਨੇ ਦੇਖਿਆ ਹੀ ਨਹੀਂ ਸੀ ਕਦੀ ਦਿੱਲੀ ਮਾਡਲ। ਦਿੱਲੀ ਦੇ ਵਿੱਚ ਜਿਹੜੀਆਂ ਵੱਡੀਆਂ ਬਿਲਡਿੰਗਾਂ ਆ ਨਾ, ਜਿਹੜੀਆਂ ਬਣੀਆਂ ਹੋਈਆਂ, ਵੱਡੇ ਮਾਲ ਬਣੇ ਹੋਏ ਆ, ਠੀਕ ਆ ਨਾ, ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਉਹਦੇ ਨੀਆਂ ਦੇ ਵਿੱਚ ਹੈ ਨਾ, ਜਿੱਦਾਂ ਸਾਡੇ ਸਾਹਿਬਜ਼ਾਦੇ ਚਿਣੇ ਹੋਏ ਸੀਗੇ, ਇੱਦਾਂ ਉੱਥੇ ਗਰੀਬਾਂ ਦੀਆਂ ਲਾਸ਼ਾਂ ਚਿਣੀਆਂ ਹੋਈਆਂ ਆ, ਠੀਕ ਆ ਨਾ। ਉਹੀ ਉਹ ਇੱਥੇ ਕਰਨਾ ਚਾਹੁੰਦੇ ਆ। ਜਦੋਂ ਗਰੀਬਾਂ ਦੇ ਘਰ ਢਹਿਣਗੇ ਤਾਂ ਫੇਰ ਹੀ ਵੱਡੀਆਂ ਬਿਲਡਿੰਗਾਂ, ਵੱਡੇ ਮਾਲ ਬਣਨਗੇ। ਇਹਨੂੰ ਕਹਿੰਦੇ ਆ ਜੀ ਦਿੱਲੀ ਮਾਡਲ। ਹੁਣ ਉਹ ਸਰਕਾਰ ਦਿੱਲੀ ਮਾਡਲ ਬਣਾਉਣ ਦੀ ਇੱਥੇ ਕੋਸ਼ਿਸ਼ ਕਰ ਰਹੀ ਆ, ਤਾਂ ਫਿਰ ਹੁਣ ਸਾਡੀਆਂ ਚੀਕਾਂ ਨਿਕਲਦੀਆਂ ਆ। ਦੇਖੋ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸੀਗੇ ਕਿ ਮੰਦਿਰਾਂ ਦੇ ਵਿੱਚ ਦਾਨ ਦੇਣਾ, ਗਲਤ ਹੱਥ ਦੇ ਵਿੱਚ ਵੋਟ ਦੇਣਾ, ਦੁਸ਼ਮਣ ਦੇ ਹੱਥ ਤਲਵਾਰ ਫੜਾਉਣ ਵਾਲੀ ਗੱਲ ਆ ਜਿਹੜੀ ਇੱਕ ਦਿਨ ਸਾਡੀ ਧੌਣ ਤੇ ਆ ਕੇ ਲਟਕਣੀ ਆ। ਇਹ ਉਹੀ ਤਲਵਾਰ ਜਿਹੜੀ ਸਾਡੇ ਪੰਜਾਬੀਆਂ ਨੇ ਫੜਾਤੀ ਨਾ ਇਹਨਾਂ ਨੂੰ, ਠੀਕ ਆ। ਉਸ ਗਰੀਬਾਂ ਦੇ ਧੌਣ ਤੇ ਤਾਂ ਕੀ ਲਟਕਣੀ, ਉਹ ਹੁਣ ਭਗਵੰਤ ਮਾਨ ਦੀ ਧੌਣ ਤੇ ਵੀ ਲਟਕਦੀ ਆ 24 ਘੰਟੇ। ਹੁਣ ਬਾਈ ਜੀ ਪੰਜਾਬ ਸਰਕਾਰ ਦੀ ਜੇ ਗੱਲ ਕਰ ਲਈਏ, ਕੀ ਕੁਝ ਕਰ ਸਕਦੀ ਪੰਜਾਬ ਸਰਕਾਰ? ਕਿਉਂਕਿ ਇਹ ਤਾਂ ਇੰਪਰੂਵਮੈਂਟ ਟਰਸਟ ਦੀ ਜਿਹੜੀ ਜ਼ਮੀਨ ਦੱਸੀ ਜਾ ਰਹੀ ਹੈ, ਕਬਜ਼ਾ ਵੀ ਉਹਨਾਂ ਨੇ ਹਟਵਾਇਆ ਹੈ, ਤੇ ਇਹਦੇ ਵਿੱਚ ਸਰਕਾਰ ਕੀ ਕਰ ਸਕਦੀ ਹੈ? ਹਾਲਾਂਕਿ ਜਿਹੜੇ ਖਾਲਸਾ ਸਾਈਡ ਦੇ ਵਲੰਟੀਅਰ ਨੇ ਉਹਨਾਂ ਵੱਲੋਂ ਤੰਬੂ ਲਗਾਏ ਗਏ ਨੇ, ਸਰਕਾਰ ਵੱਲੋਂ ਕੋਈ ਇੱਥੇ ਕੋਈ ਕੰਮ ਕੀਤਾ ਗਿਆ ਜੀ? ਮੈਂ ਤੁਹਾਨੂੰ ਦੱਸਦਾ ਸਰਕਾਰ ਕੀ ਕਰ ਸਕਦੀ ਆ। ਵੋਟਾਂ ਤੋਂ ਪਹਿਲਾਂ ਕੇਜਰੀਵਾਲ ਕਹਿੰਦਾ ਸੀ ਨਾ ਮੈਂ ਚੋਰ ਮੋਰੀਆਂ ਬੰਦ ਕਰੂੰਗਾ, ਜਿਹੜੀ ਕਰਪਸ਼ਨ ਹੁੰਦੀ ਉਹ ਬੰਦ ਕਰੂੰਗਾ, ਠੀਕ ਆ ਨਾ। ਹੁਣ ਉਹ ਕਰਪਸ਼ਨ ਬੰਦ ਕਰੇ ਨਾ, ਕਰਪਸ਼ਨ ਬੰਦ ਕਰਕੇ ਪੰਜਾਬ ਦਾ ਖਜ਼ਾਨਾ ਭਰੇ, ਪੰਜਾਬ ਦੇ ਖਜ਼ਾਨੇ 'ਚੋਂ ਇੰਪਰੂਵਮੈਂਟ ਟਰਸਟ ਦੇ ਜਿਹੜੇ ਆ ਉਹ ਪੈਸੇ ਪੇ ਕਰੇ ਇਸ ਜਗ੍ਹਾ ਦੇ, ਠੀਕ ਆ ਨਾ। ਤਾਂ ਇਸ ਜਗ੍ਹਾ ਨੂੰ, ਇਹ ਤਾਂ ਕੇਜਰੀਵਾਲ ਦੀ ਪਾਲਿਸੀ ਆ ਵੀ ਮੈਂ 5 ਮਰਲੇ ਦੀ ਜਗ੍ਹਾ ਦੇਣੀ ਆ। ਜਿਨ੍ਹਾਂ ਦੇ ਕੋਲ ਘਰ ਨਹੀਂ ਹੈਗੇ, ਉਹ ਕਹਿੰਦਾ ਸੀ ਨਾ ਮੈਂ ਦਿੱਲੀ ਦੇ ਵਿੱਚ ਘਰ ਬਣਾ ਕੇ ਦਿੱਤੇ ਆ, ਪੱਕੀਆਂ ਰਜਿਸਟਰੀਆਂ ਦਿੱਤੀਆਂ ਆ, ਝੁੱਗੀਆਂ ਵਾਲਿਆਂ ਨੂੰ ਬਣਾ ਕੇ ਦਿੱਤੇ, ਪੱਕੇ ਮਕਾਨ ਬਣਾ ਕੇ ਦਿੱਤੇ। ਇਹ ਝੁੱਗੀਆਂ ਥੋੜ੍ਹੀ ਜਿਹੀ ਤਾਂ ਪੱਕੇ ਮਕਾਨ ਸੀਗੇ, ਇਹ ਤਾਂ ਢਾਹ ਦਿੱਤੇ ਗਏ ਆ, ਠੀਕ ਆ ਨਾ। ਇਹਨਾਂ ਨੂੰ ਆਪਣੀ ਜਿਹੜਾ ਕਹਿੰਦੇ ਸੀ ਦਿੱਲੀ ਮਾਡਲ ਆ, ਦਿੱਲੀ 'ਚ ਆਹ ਰੂਲ ਆ ਜੀ, ਆਹ ਅਸੀਂ ਪਾਲਿਸੀਆਂ ਚਾਲੂ ਕੀਤੀਆਂ। ਹੁਣ ਪੰਜਾਬ ਦੇ ਵਿੱਚ ਇਹਨਾਂ ਦੇ 92 MLA ਆ, ਕੈਬਨਿਟ ਇਹਨਾਂ ਦੇ ਕੋਲ ਆ, ਉਹਦੇ ਵਿੱਚ ਪਾਸ ਕਰਨ ਇਹਨਾਂ ਨੂੰ ਜਿਹੜੇ 5 ਮਰਲੇ ਦੇ ਜਿਹੜੇ ਪਲਾਟ ਆ ਉਹ ਇੱਥੇ ਕੱਟ ਕੇ ਦਿੱਤੇ ਜਾਣ, ਔਰ ਜਿਹੜੇ ਇਹਨਾਂ ਦੇ ਘਰ ਢਾਏ ਉਹ ਸਰਕਾਰੀ ਖਜ਼ਾਨੇ 'ਚੋਂ ਮੁਆਵਜ਼ਾ ਦਿੱਤਾ ਜਾਵੇ, ਜਿਹਦੇ ਨਾਲ ਆਪਣੇ ਇਹ ਘਰ ਬਣਾਉਣ, ਆਪਣੇ ਸਿਰ ਦੇ ਉੱਤੇ ਦੁਬਾਰਾ ਛੱਤ ਪਾਉਣ। ਭਾਜੀ ਸਰਕਾਰ ਸਭ ਕੁਝ ਕਰ ਸਕਦੀ ਆ, ਸਰਕਾਰ ਕੀ ਨਹੀਂ ਕਰ ਸਕਦੀ? ਆਪਾਂ ਰਾਜ ਕਾਹਤੋਂ ਮੰਗਦੇ ਆ? ਸਾਡੇ ਲੋਕ ਕਹਿੰਦੇ ਆ ਕਿ ਸਾਨੂੰ ਖਾਲਸਾ ਰਾਜ ਚਾਹੀਦਾ ਆ। ਠੀਕ ਹੈ, ਇਹਨਾਂ ਨਿਮਾਣਿਆਂ ਲਤਾੜਿਆਂ ਨੂੰ ਜਿਹੜਾ ਆ ਉਹ ਮਿਨੀ ਘਰੋਂ ਬੇਘਰ ਨਹੀਂ ਕੀਤਾ ਜਾਊਗਾ, ਠੀਕ ਹੈ ਨਾ। ਕਿ ਜਿਹੜਾ ਜਿੱਦਾਂ ਸਾਡੇ ਗੁਰੂਆਂ ਰਹਿਬਰਾਂ ਨੇ ਜਿਹੜਾ ਆ ਉਹ ਸਾਨੂੰ ਇੰਨਾ ਇੱਜ਼ਤ ਮਾਣ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਔਰਤਾਂ ਨੂੰ, ਕਿਉਂਕਿ ਇਹ ਦੇਖੋ ਜਾਤਾਂ ਪਾਤਾਂ ਦੇ ਵਿੱਚ ਵੰਡਿਆ ਹੋਇਆ ਦੇਸ਼ ਆ, ਠੀਕ ਹੈ ਨਾ। ਔਰ ਹਜ਼ਾਰਾਂ ਸਾਲਾਂ ਦੇ ਉੱਤੋਂ ਜਿਹੜਾ ਇਹਨਾਂ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ, ਅਣਮਨੁੱਖੀ ਤਸ਼ੱਦਦ ਕੀਤਾ ਗਿਆ ਹੈਗਾ ਆ। ਔਰ ਗੁਰੂਆਂ ਰਹਿਬਰਾਂ ਨੇ ਮਾਨਵਤਾਵਾਦੀ ਜਿਹੜਾ ਆ ਉਹ ਸਮੁੱਚੀ ਮਾਨਵਤਾ ਨੂੰ ਇੱਕ ਕਰਕੇ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੇ ਆ ਉਹ ਸਥਾਪਨਾ ਕੀਤੀ ਗਈ, ਖਾਲਸਾ ਪੰਥ ਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ, ਠੀਕ ਹੈ ਨਾ। ਤੇ ਇਸ ਕਰਕੇ ਜਾਤਾਂ ਪਾਤਾਂ ਨੂੰ ਖਤਮ ਕਰਕੇ
ਚਾਰ ਵਰਨਾਂ ਦੇ ਵਿੱਚ ਜਿਹੜਾ ਸ਼ੂਦਰ ਵਰਨ ਸੀਗਾ ਨਾ, ਉਹਦੇ ਵਿੱਚ ਕਿਸੇ ਨੂੰ ਜ਼ਮੀਨ ਲੈਣ ਦਾ ਹੱਕ ਹੀ ਨਹੀਂ ਸੀਗਾ। 1935 ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਲੈਂਡ ਐਕਟ ਲੈ ਕੇ ਆਏ ਸੀਗੇ ਕਿ ਜਿਹੜੇ ਲੋਕ ਜਿਨ੍ਹਾਂ ਦੇ ਨਾਮ ਤੇ ਜ਼ਮੀਨਾਂ ਨਹੀਂ ਸੀਗੀਆਂ, ਉਹਨਾਂ ਦੇ ਨਾਮ ਦੇ ਉੱਤੇ ਜ਼ਮੀਨਾਂ ਕੀਤੀਆਂ ਗਈਆਂ, ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਖੇਤੀ ਕਰਨ ਨੂੰ, ਠੀਕ ਆ ਨਾ। ਜਿਹੜੇ ਲੋਕ ਆ, ਉਦੋਂ ਬਾਅਦ ਸਾਹਿਬ ਕਾਂਸ਼ੀ ਰਾਮ ਜੀ ਆਏ, ਉਹਨਾਂ ਨੇ ਜਿਹੜਾ ਆ ਇਹ ਨਾਰਾ ਲਾਇਆ, ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ। ਜਾਣੀ ਕਿ ਇਸ ਦੇਸ਼ ਦੇ ਕਰੋੜਾਂ ਲੋਕ ਜਿਹੜੇ ਸੀਗੇ ਉਹ ਬਿਨਾਂ ਬੇਜ਼ਮੀਨੇ ਸੀਗੇ। ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੇਣ ਦੀਆਂ ਹਰ ਸਰਕਾਰ ਪਾਲਿਸੀਆਂ ਲੈ ਕੇ ਆਈ, ਔਰ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਐਕਟ ਆਇਆ, ਲੈਂਡ ਐਕਟ ਜਿਹੜਾ, ਔਰ ਉਹਦੇ ਤਹਿਤ ਜਿਹੜੀਆਂ ਜ਼ਮੀਨਾਂ ਦਿੱਤੀਆਂ ਗਈਆਂ। ਸਰਕਾਰ ਦਾ ਫਰਜ਼ ਹੁੰਦਾ ਆ ਕਿ ਹਰ ਇੱਕ ਨਾਗਰਿਕ ਨੂੰ ਰੋਟੀ, ਕੱਪੜਾ, ਮਕਾਨ ਜਿਹੜਾ ਮੁਹੱਈਆ ਕਰਾਉਣਾ। ਜੋ ਸਾਡੀ ਬਾਣੀ ਦੇ ਵਿੱਚ ਲਿਖਿਆ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸਮ ਬਸੇ, ਰਵਿਦਾਸ ਰਹੇ ਪ੍ਰਸੰਨ। ਸਾਡੇ ਗੁਰੂਆਂ ਰਹਿਬਰਾਂ ਨੇ ਜਿਹੜੀ ਇੱਕ ਬੇਗਮਪੁਰੇ ਦੀ ਜਿਹੜੀ ਸੋਚ ਸੀਗੀ ਉਹਨਾਂ ਦੀ, ਉਹਨਾਂ ਨੇ ਕਿਹਾ ਕਿ ਇੱਕ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖਾਂ ਦੁੱਖ ਨਹੀਂ ਤੇ ਠਾਓ, ਵੀ ਇੱਦਾਂ ਦਾ ਇੱਕ ਸ਼ਹਿਰ ਆਪਾਂ ਵਸਾਉਣਾ ਆ, ਇੱਦਾਂ ਦਾ ਰਾਜ ਲਿਆਉਣਾ ਜਿੱਥੇ ਕਿਸੇ ਨੂੰ ਵੀ ਕੋਈ ਗਮ ਨਾ ਹੋਵੇ, ਰੋਟੀ, ਕੱਪੜਾ, ਮਕਾਨ ਸਾਰਿਆਂ ਕੋਲ ਹੋਵੇ, ਕੋਈ ਜਾਤ ਪਾਤ ਨਾ ਹੋਵੇ, ਕਿਸੇ ਦੇ ਉੱਤੇ ਘੋਰ ਤਸ਼ੱਦਦ ਇੱਦਾਂ ਦਾ ਤਾਂ ਕਦੀ ਨਾ ਹੋਵੇ ਕਿ ਸਿਰ ਦੇ ਉੱਤੋਂ ਛੱਤ ਮੀਨਿੰਗ ਖੋਹ ਲਈ ਜਾਵੇ। ਔਰ ਜੋ ਸਾਡਾ ਅੱਜ ਅਸੀਂ ਪੱਕਾ ਮੋਰਚਾ ਜਿਹੜਾ ਲਾ ਦਿੱਤਾ ਆ, ਸਾਰੀਆਂ ਜਥੇਬੰਦੀਆਂ ਨੇ ਰਲ ਕੇ, ਸਾਡੇ ਵਿੱਚ ਕਿਸਾਨ ਜਥੇਬੰਦੀਆਂ ਵੀ ਆ ਗਈਆਂ, ਮਜ਼ਦੂਰ ਜਥੇਬੰਦੀਆਂ ਵੀ ਆ ਗਈਆਂ, ਅੰਬੇਡਕਰ ਸਭਾਵਾਂ ਵੀ ਆ ਰਹੀਆਂ ਹੈਗੀਆਂ, ਸਟੂਡੈਂਟ ਸੰਘਰਸ਼ ਮੋਰਚੇ ਦੇ ਆਗੂ ਵੀ ਆ ਕੇ ਬੈਠੇ ਆ, ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋ ਜਾਣੀ, ਅਸੀਂ ਬੇਨਤੀਆਂ ਕਰ ਦਿੱਤੀਆਂ, ਪੱਕਾ ਮੋਰਚਾ ਲੱਗ ਗਿਆ। ਦਿੱਲੀ ਦੀ ਤਰ੍ਹਾਂ ਦੇਖੋ, ਇਹਨਾਂ ਲੋਕਾਂ ਨੇ ਤਾਂ, ਮੈਂ ਤੁਹਾਨੂੰ ਦੱਸਦਾ, ਜਿਹੜਾ ਕਿਸਾਨ ਅੰਦੋਲਨ ਆਏ ਸੀਗੇ, 3 ਬਿੱਲ ਆਏ ਸੀਗੇ, ਉਹ ਕੌਣ ਲੈ ਕੇ ਆਇਆ ਸੀ? ਸਰਕਾਰ ਲੈ ਕੇ ਆਈ ਸੀ ਨਾ। ਸਰਕਾਰ ਨਹੀਂ ਵਾਪਸ ਲੈ ਲਏ। ਸਰਕਾਰ ਕੋਲ ਬਹੁਤ ਵੱਡੀਆਂ ਪਾਵਰਾਂ ਹੁੰਦੀਆਂ। ਇਹ ਤਾਂ ਉਹ ਲੋਕ ਆ ਜਿਨ੍ਹਾਂ ਨੇ ਦਿੱਲੀ ਝੁਕਾਤੀ। ਇਹ ਪੰਜਾਬ ਤੋਂ ਸ਼ੁਰੂ ਹੋਇਆ ਨਾ ਅੰਦੋਲਨ। ਇਹ ਪੰਜਾਬੀ ਲੋਕ ਆ। ਮੈਂ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ, ਭੁਲੇਖਾ ਕੱਢ ਦੇ, ਇਹ ਦਬਣ ਵਾਲੇ ਲੋਕ ਨਹੀਂ ਹੈਗੇ। ਤੂੰ ਚਾਹੇ ਇੱਥੇ ਅੱਤਵਾਦੀਆਂ ਨਾਲ ਜਾਰੀ ਪਾ ਲਾ, ਚਾਹੇ ਬਦਮਾਸ਼ਾਂ ਨਾਲ ਜਾਰੀ ਪਾ ਲਾ, ਚਾਹੇ ਗੁੰਡਿਆਂ ਨਾਲ, ਚਾਹੇ ਜਿੱਡੇ ਮਰਜ਼ੀ ਧਨਾੜ ਲਿਆ ਕਾਰਪੋਰੇਟ, ਠੀਕ ਹੈ ਨਾ, ਚਾਹੇ ਰਾਜ ਸਭਾ ਲਵਲੀ ਨੂੰ ਕਾਰਪੋਰੇਟਰਾਂ ਦਾ ਕਿਉਂ ਜ਼ਿਕਰ ਆ ਰਿਹਾ? ਉਧਰ ਵੀ ਕਾਰਪੋਰੇਟ ਘਰਾਣੇ ਮੁਰਦਾਬਾਦ। ਉੱਥੇ ਸਾਨੂੰ ਲੋਕ ਮਿਲੇ, ਉਹ ਕਹਿੰਦੇ ਵੀ ਆਗੂ ਇੱਥੇ ਬੋਲਦੇ ਆ, ਲੋਕੀ ਤਾਂ ਸਟੈਂਡ ਲੈਣ ਵਾਲੇ ਹੈ ਨਹੀਂ, ਇਹਨਾਂ ਨੇ ਨਹੀਂ ਖੜਨਾ ਜੀ। ਜੇ ਇਹਨਾਂ ਦੀਆਂ ਗੱਲਾਂ ਕਰਦੇ ਆ, ਲੋਕੀ ਤਾਂ ਬਕਾਊ ਹੋ ਜਾਣੇ। ਇੱਥੋਂ ਦੇ ਬਹੁਤੇ ਲੋਕ ਉੱਥੇ ਗੱਲਾਂ ਕਰ ਰਹੇ ਨੇ ਆਫ ਦੀ ਰਿਕਾਰਡ। ਅਸੀਂ ਉਧਰ ਵੀ ਗੱਲ ਕਰਕੇ ਆਏ, ਉਹ ਕਹਿੰਦੇ ਵੀ ਲੋਕਾਂ ਨੇ ਤਾਂ ਵਿਕ ਜਾਣਾ ਜੀ, ਜਿਹੜੇ ਆਗੂ ਇਹਨਾਂ ਨੇ ਬੋਲ ਕੇ ਚੱਲ ਜਾਣਾ, 2-4 ਦੀ ਗੇਮ ਹੈ, ਇੱਥੋਂ ਸਾਫ਼ ਸਫਾਈਆ ਹੋ ਜਾਣਾ। ਇੱਥੇ ਤਾਂ ਕਹਿੰਦੇ ਸ਼ਾਪਿੰਗ ਮਾਲ ਬਣਨਗੇ, ਬਹੁਤੇ ਲੋਕ ਕਹਿ ਰਹੇ ਨਹੀਂ ਜੀ। ਉਧਰ ਦੇਖੋ, ਵੋਟਾਂ ਤੋਂ ਪਹਿਲਾਂ ਕੇਜਰੀਵਾਲ ਕਹਿੰਦਾ ਹੁੰਦਾ ਸੀਗਾ ਨਾ ਕਿ ਮੈਂ ਰਿਕਸ਼ੇ ਵਾਲੇ ਨੂੰ ਐਮਐਲਏ ਬਣਾਉਣਾ, ਠੀਕ ਆ, ਮੈਂ ਦਿਹਾੜੀਦਾਰ ਨੂੰ ਐਮਐਲਏ ਬਣਾਉਣਾ, ਠੀਕ ਆ ਨਾ। ਉਹ ਸਿਰਫ ਉਹਨਾਂ ਦੀਆਂ ਗੱਲਾਂ ਹੀ ਸੀਗੀਆਂ। ਔਰ ਜਦ ਕਿ ਉਹਨਾਂ ਨੇ ਮੋਟੇ ਅਮੀਰ ਲੋਕਾਂ ਨੂੰ, ਕਾਰਪੋਰੇਟਾਂ ਨੂੰ, ਮੈਂ ਤੁਹਾਨੂੰ ਦੱਸਦਾ ਕਾਰਪੋਰੇਟ ਮੁਰਦਾਬਾਦ ਦੇ ਨਾਰੇ ਕਿਉਂ ਲੱਗਦੇ ਪਏ ਆ। ਕਿਉਂਕਿ ਇਹਨਾਂ ਨੇ ਜਿਹੜੀ ਇੱਕ ਰਾਜ ਸਭਾ ਨਾ, ਜਿਹੜਾ ਇੱਕ ਕਾਰਪੋਰੇਟ ਆ, ਧਨਾੜ ਆ, ਇਹ ਅਸ਼ੋਕ ਮਿੱਤਲ, ਲਵਲੀ ਯੂਨੀਵਰਸਿਟੀ ਦਾ ਮਾਲਕ, ਉਹਨੇ ਲੱਡੂ ਵੇਚ ਕੇ ਇੱਥੇ ਇੱਕ ਯੂਨੀਵਰਸਿਟੀ ਬਣਾਈ ਆ ਫਗਵਾੜੇ ਦੇ ਕੋਲ, ਠੀਕ ਕੀਤੀ ਜੀ। ਬਹੁਤੇ ਲੋਕ ਕਹਿੰਦੇ ਹੋਣਗੇ ਵੀ, ਆਪਾਂ ਨੂੰ ਵੇਖ ਵੀ ਰਹੇ ਹੋਣਗੇ ਵੀ ਭਾਈ ਸਾਹਿਬ ਤਾਂ ਜੈਲਸ ਕਰਦੇ ਆ, ਉਹਨਾਂ ਨੇ ਤਾਂ ਮਿਹਨਤ ਕੀਤੀ ਹੋਣੀ, ਉਹਨਾਂ ਨੇ ਮਿਹਨਤ ਕਰਕੇ ਆਪਾਂ ਵੀ ਕੋਈ ਬਿਜ਼ਨਸ ਆਪਾਂ ਵਧਾ ਸਕਦੇ ਹਾਂ ਜੀ। ਬਹੁਤੇ ਲੋਕ ਕਹਿੰਦੇ ਨੇ ਇਸ ਤਰ੍ਹਾਂ, ਕਮੈਂਟ ਹੁੰਦੇ ਨੇ ਸੋਸ਼ਲ ਮੀਡੀਆ ਤੇ, ਜੇ ਐਲਪੀਯੂ ਦਾ ਜ਼ਿਕਰ ਹੁੰਦਾ, ਨੀਚੇ ਰਿਪਲਾਈ ਹੁੰਦਾ ਵੀ ਉਹਨਾਂ ਨੇ ਤਾਂ ਮਿਹਨਤ ਕੀਤੀ ਹੈ ਜੀ, ਤੁਸੀਂ ਵੀ ਆਪਣੀ ਫੀਲਡ 'ਚ ਮਿਹਨਤ ਕਰ ਲਓ। ਤਰੱਕੀ ਗਰੀਬਾਂ ਦੇ ਘਰ ਉਜਾੜ ਕੇ ਕਰਨੀ ਆ। ਤਰੱਕੀ ਕਰਦੀ ਆ, ਹਰ ਕੋਈ ਮਿਹਨਤ ਕਰਦਾ ਆ। ਇੱਥੇ ਲੋਕ ਥੱਲੇ ਉੱਪਰ ਤੱਕ ਜਾਂਦੇ ਆ, ਠੀਕ ਆ। ਮਿਹਨਤ ਕਰਨ ਦਾ ਸਾਰਿਆਂ ਨੂੰ ਮੀਨਿੰਗ ਹੈਗਾ ਆ। ਉਹ ਤਾਂ ਚੋਰ ਆ, ਲੁਟੇਰਾ ਆ, ਫੀਸਾਂ ਦੇ ਨਾਂ ਦੇ ਉੱਤੇ ਬੱਚਿਆਂ ਦਾ ਸ਼ੋਸ਼ਣ ਕਰਦਾ ਆ। ਉਹ ਹਜ਼ਾਰਾਂ ਬੱਚਿਆਂ ਦੀਆਂ ਉਹ ਡਿਗਰੀਆਂ ਜਿਹੜੀਆਂ ਹੜੱਪ ਕਰਕੇ ਬੈਠਾ ਆ, ਠੀਕ ਆ ਨਾ। ਜ਼ਮੀਨਾਂ ਉਹਨੇ ਨੱਪ ਲਈਆਂ ਆਲੇ ਦੁਆਲੇ, ਪੰਚਾਇਤੀ ਜ਼ਮੀਨਾਂ ਉਹ ਨੱਪ ਕੇ ਬੈਠਾ ਆ। ਕਿਹੜੀ ਮਿਹਨਤ ਕੀਤੀ ਹੈ ਜੀ? ਆਮ ਆਦਮੀ ਪਾਰਟੀ ਤਾਂ ਬਹੁਤ ਸਖਤ ਦਿਖਾਈ ਦੇ ਰਹੀ ਹੈ। ਬਹੁਤੇ ਲੋਕਾਂ ਜਿਹੜੇ ਤਗੜੇ ਘਰਾਣਿਆਂ ਨਾਲ ਸੰਬੰਧ ਰੱਖਣ ਵਾਲੇ ਸੀ, ਉਹਨਾਂ ਦੇ ਕਬਜ਼ੇ ਹਟਾਏ ਜੀ ਪੰਚਾਇਤੀ ਜ਼ਮੀਨਾਂ ਨੂੰ। ਬਹੁਤੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ, ਜਿਹੜੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹ ਤੋਂ ਆਪ ਜਾ ਕੇ ਉੱਥੇ ਕਬਜ਼ੇ ਹਟਾਉਂਦੇ ਨੇ। ਇਹ ਸਿਰਫ ਸੋਸ਼ਲ ਮੀਡੀਆ 'ਤੇ ਚੱਲਣ ਵਾਲੀ ਸਰਕਾਰ ਆ। ਗਰਾਊਂਡ ਲੈਵਲ ਤੇ ਇਹ ਕੁਛ ਨਹੀਂ ਹੈਗੀ। ਜੋ ਇਹ ਦਿਖਾਉਂਦੇ ਆ ਨਾ, ਇਸੇ 'ਚ ਹੀ ਤਾਂ ਪੰਜਾਬ ਫਸ ਗਿਆ, ਇਸੇ ਹੀ ਤਾਂ ਪੰਜਾਬੀ ਲੋਕ ਫਸ ਗਏ। ਜੋ ਦਿਖਾਉਂਦੇ ਰਹੇ ਜੀ, ਦਿੱਲੀ ਦੇ ਵਿੱਚ ਅਸੀਂ ਇਹ ਕਰਨੇ ਆ, ਦਿੱਲੀ 'ਚ ਬਿਜਲੀ ਦਾ ਬਿੱਲ 0 ਆ ਰਿਹਾ ਜੀ, ਦਿੱਲੀ ਦੇ ਵਿੱਚ ਅਸੀਂ ਲੋਕਾਂ ਨੂੰ ਆਹ ਦੇ ਰਹੇ, ਲੋਕ ਖੁਸ਼ ਬਹੁਤ ਆ, ਕਿਰਾਇਆ ਬੀਬੀਆਂ ਦਾ ਮਾਫ ਕਰਤਾ ਜੇ। ਮੈਨੂੰ ਇਹ ਚੀਜ਼ਾਂ ਦੇ ਵਿੱਚ ਤਾਂ ਇਹ ਸਿਰਫ ਨਾ ਸੋਸ਼ਲ ਮੀਡੀਆ 'ਤੇ ਚੱਲਣ ਵਾਲੀ ਇਹ ਸਰਕਾਰ ਹੈਗੀ ਆ। ਝੂਠ ਬੋਲਦੇ ਆ ਇਹ। ਹੁਣ ਇਹਨਾਂ ਨੇ ਗੁਜਰਾਤ, ਹਿਮਾਚਲ ਜਾ ਕੇ ਉਹ ਝੂਠ ਬੋਲਿਆ ਜੋ ਅੱਤ ਦਾ, ਪਰ ਉਹ ਲੋਕ ਫਸੇ ਨਹੀਂ, ਕਿਉਂਕਿ ਇਹਨਾਂ ਦੇ ਪੰਜਾਬ 'ਚ ਹੁਣ ਮੈਂ ਤੁਹਾਨੂੰ ਦੱਸਦਾ, ਭਗਵੰਤ ਮਾਨ ਦਾ ਇਹ ਵੀ ਬਿਆਨ ਆਇਆ ਵੀ ਪੰਜਾਬ ਦੇ ਵਿੱਚ ਜਿਹੜਾ ਆ, ਮੈਂ ਗੈਂਗਸਟਰ ਕਲਚਰ ਜਿਹੜਾ ਖਤਮ ਕਰ ਦਿੱਤਾ। ਜਦ ਕਿ ਰੋਜ਼ ਪੰਜਾਬ ਦੇ ਵਿੱਚ ਕਤਲ ਹੋ ਰਹੇ ਆ, ਏਡੇ ਵੱਡੇ ਜਿਹੜੇ ਆ ਉਹ ਕਤਲ ਹੋ ਗਏ, ਲੋਕਾਂ ਦੇ ਘਰ ਉੱਜੜ ਰਹੇ ਆ। ਉਹ ਤਾਂ ਕਹਿੰਦੇ ਜੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ। ਭਾਈ ਜੀ, ਜਿਹੜੀਆਂ ਆਪਾਂ ਅਖਬਾਰਾਂ ਦੇ ਵਿੱਚ ਇੱਕ ਐਡਸ ਵੀ ਦੇਖਦੇ ਹਾਂ, ਐਂਟੀ ਗੈਂਗਸਟਰ ਟਾਸਕ ਫੋਰਸਿਸ ਬਣਾਈ ਜਾਂਦੀਆਂ। ਪੰਜਾਬ ਪੁਲਿਸ ਜਿਹੜੀਆਂ ਗੈਂਗਸਟਰਾਂ ਨੂੰ ਲੈ ਕੇ ਕਾਫੀ ਸਖਤ ਦਿਖਾਈ ਦੇ ਰਹੀ ਹੈ, ਪੰਜਾਬ ਸਰਕਾਰ। ਫਿਰ ਉਹ ਜਿਹੜੇ ਇਸ਼ਤਿਹਾਰ ਆ, ਫਿਰ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਨੇ, ਜਾਂ ਪੰਜਾਬ ਸਰਕਾਰ ਦੀ ਗੱਲ ਕਰ ਲਈਏ, ਉਹ ਕਹਿੰਦੇ ਅਸੀਂ ਗੈਂਗਸਟਰਾਂ ਨੂੰ ਖਾਤਮਾ ਕਰਨ ਵਾਸਤੇ ਬਹੁਤ ਕੁਝ ਕਰ ਰਹੇ ਹਾਂ। ਪੁਲਿਸ ਦਾ ਹਾਲ ਆ ਹੋ ਗਿਆ ਕਿ
ਕਿ ਤੁਹਾਨੂੰ ਵੀ ਪਤਾ ਲੱਗਾ ਹੋਣਾ ਕਿ ਜਲੰਧਰ ਦੇ ਵਿੱਚ ਜਿਹੜਾ ਆ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜਾ ਡੀਸੀਪੀ ਕੁੱਟ ਦਿੱਤਾ। ਡੀਸੀਪੀ ਕੁੱਟਿਆ, ਠੀਕ ਆ ਨਾ। ਇੱਕ ਜਿੱਥੇ ਡੀਸੀਪੀ ਆਪ ਸੇਵ ਨਹੀਂ ਹੈਗਾ, ਠੀਕ ਆ। ਪੰਜਾਬ ਸਰਕਾਰ ਤਾਂ ਇੰਨੀ ਕੁ ਮੀਨਿੰਗ ਮੈਂ ਕਹਿੰਦਾ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਕਮਜ਼ੋਰ ਔਰ ਲਾਚਾਰ ਹੋ ਚੁੱਕੀ ਆ ਕਿ ਇੱਕ ਪਾਸੇ ਇਹਨਾਂ ਦੇ ਕੋਲੋਂ ਤਾਂ ਛਿੱਤਰਖਾਰੀ ਇਹਨਾਂ ਦੇ ਐਮਐਲਏ ਦੇ ਕੋਲੋਂ, ਇਹਨਾਂ ਦੇ ਆਗੂਆਂ ਦੇ ਕੋਲੋਂ ਗਰੀਬਾਂ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਪਏ। ਇਹਨਾਂ ਦਾ ਡੀਸੀਪੀ ਇੱਥੇ ਜਦੋਂ ਮਕਾਨ ਢਾਉਣੇ ਸੀਗੇ ਤੁਸੀਂ ਦੇਖਦੇ ਵੀ ਉਹ ਗੰਦੀਆਂ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਇਹਨਾਂ ਨੂੰ ਕੱਢ ਕੇ ਗਿਆ, ਠੀਕ ਆ। ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੈਗੀ, ਠੀਕ ਆ। ਕਾਰਨ ਕੀ ਮੰਨਦੇ ਹੋ ਜਿਹੜਾ ਡੀਸੀਪੀ ਜਿਹੜਾ ਜਸਕਰਨਜੀਤ ਸਿੰਘ ਤੀਜਾ ਹੈ ਉਹਨਾਂ ਤੇ ਕਾਰਵਾਈ ਨਹੀਂ ਹੋਈ? ਉਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਹੈ? ਕਿਉਂਕਿ ਵੀਡੀਓ ਦੇ ਆਧਾਰ ਤੇ ਕਹਿੰਦੇ ਕਾਰਵਾਈ ਹੋ ਸਕਦੀ ਹੈ, ਉਹਦੇ ਪਿੱਛੇ ਕੀ ਕਾਰਨ ਹੋ ਸਕਦਾ ਜਿਹੜਾ ਉਹਨਾਂ ਤੇ ਕਾਰਵਾਈ ਨਹੀਂ ਹੋਈ? ਉਹਦੇ ਤੇ ਕਾਰਵਾਈ ਇਸ ਕਰਕੇ ਨਹੀਂ ਹੋ ਰਹੀ ਕਿ ਪੰਜਾਬ ਸਰਕਾਰ ਦੀ ਉਹਨੂੰ ਥਾਪੀ ਸੀਗੀ ਵੀ ਤੂੰ ਕਿਸੇ ਵੀ ਤਰ੍ਹਾਂ ਇਹ ਘਰ ਖਾਲੀ ਕਰਵਾਉਣੇ ਆ। ਸਰਕਾਰ ਨੇ ਜਿਹੜਾ ਆ ਉਹ ਮੀਨਿੰਗ ਉਹਨੂੰ ਪੂਰੀ ਮੀਨਿੰਗ ਥਾਪੀ ਦਿੱਤੀ ਹੋਈ ਸੀਗੀ ਵੀ ਤੂੰ ਜਿੱਦਾਂ ਮਰਜ਼ੀ ਆ, ਤੂੰ ਇਹਨਾਂ ਲੋਕਾਂ ਨੂੰ ਇੱਥੋਂ ਘਰਾਂ ਚੋਂ ਕੱਢ ਕੇ ਘਰ ਢਵਾਉਣੇ ਆ। ਇੰਨੀ ਪੁਲਿਸ ਫੋਰਸ ਲੱਗੀ ਇੱਥੇ, ਡੀਜੀਪੀ ਦੇ ਆਰਡਰਾਂ ਤੋਂ ਬਿਨਾਂ ਤਾਂ ਨਹੀਂ ਲੱਗੀ ਪੁਲਿਸ ਫੋਰਸ, ਠੀਕ ਆ ਨਾ। ਹੁਣ ਜਿਹੜਾ ਉਹਨੇ ਗਾਲਾਂ ਕੱਢੀਆਂ ਡੀਜੀਪੀ ਤੱਕ ਜਿਹੜੀ ਉਹਦੀ ਵੀਡੀਓ ਪਹੁੰਚ ਗਈ, ਪੂਰਾ ਪੰਜਾਬ ਗਾਲਾਂ ਕੱਢਣ ਦਿਆ ਉਹਨੂੰ, ਪੂਰਾ ਪੰਜਾਬ ਰੋਸ ਕਰਨ ਦਿਆ ਕਿ ਇਹ ਡੀਸੀਪੀ ਨੇ ਇੰਨਾ ਗਲਤ ਕੀਤਾ ਗਰੀਬ ਲੋਕਾਂ ਦੇ ਨਾਲ, ਗਾਲਾਂ ਕੱਢੀਆਂ। ਹਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਹੋਈ। ਇਹਦਾ ਮਤਲਬ ਸਰਕਾਰ ਦੀ ਜਿਹੜੀ ਆ ਉਹ ਪੂਰੀ ਉਹਦੇ ਵਿੱਚ ਇਨਵੋਲਵਮੈਂਟ ਆ, ਸਰਕਾਰ ਨੇ ਆਪ ਕਰਵਾਇਆ ਇਹ, ਠੀਕ ਆ ਨਾ। ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਸਰਕਾਰ ਨੇ ਕਾਰਪੋਰੇਟਾਂ ਕੋਲੋਂ ਪੈਸੇ ਲੈਣੇ ਆ। ਜਿਹੜਾ ਦਿੱਲੀ ਗੁਜਰਾਤ ਦੇ ਵਿੱਚ ਇੰਨਾ ਇਹਨਾਂ ਨੇ ਖਰਚਾ ਕੀਤਾ, ਠੀਕ ਆ ਨਾ, ਉਹ ਇੱਥੋਂ ਪੂਰਾ ਹੋਊਗਾ ਜੀ? ਹਾਂ, ਇੱਥੋਂ ਹੀ ਪੂਰਾ ਕਰਨਾ ਇਹਨਾਂ ਨੇ ਪੰਜਾਬ ਦੇ ਪੰਜਾਬੀਆਂ ਨੂੰ ਉਜਾੜਨਾ ਆ, ਗਰੀਬ ਲੋਕਾਂ ਦੇ ਇਹਨਾਂ ਨੇ ਘਰ ਢਾਉਣੇ ਆ। ਪਰ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਾਂ ਤਕਦੀਰ ਬਦਲਦੀ ਕੌਮਾਂ ਦੀ। ਇਹ ਪੰਜਾਬੀ ਆ, ਇਹ ਸਿਰ ਦੇਣਾ ਜਾਣਦੇ ਆ ਤੇ ਸਿਰ ਲਾਉਣਾ ਵੀ ਜਾਣਦੇ ਆ, ਠੀਕ ਆ ਨਾ। ਇਹ ਮਰਦੇ ਮਰ ਜਾਣਗੇ ਪਰ ਇਹ ਇਹਨਾਂ ਦੀਆਂ ਜਿਹੜੀਆਂ ਇਹ ਚਾਲਾਂ ਆ ਉਹ ਪੂਰੀਆਂ ਨਹੀਂ ਹੋਣ ਦੇ ਸਕਦੇ। ਜਿਹੜੀ ਇਹਨਾਂ ਦੀ ਸੋਚ ਆ ਨਾ ਉਹ ਇਹਨਾਂ ਦੀ ਪੂਰੀ ਨਹੀਂ ਹੋਣੀ ਕੇਜਰੀਵਾਲ ਉਹਨਾਂ ਦੀ ਕਦੇ ਵੀ, ਕਿਉਂਕਿ ਪੂਰਾ ਦੇਸ਼ ਵਿੱਚ ਇਹ ਭਾਵੇਂ ਹਿੰਦੂ ਰਾਸ਼ਟਰ ਲਾਗੂ ਕਰ ਲੈਣ, ਮੋਦੀ ਵੀ ਕਹਿੰਦਾ ਨਾ ਹਿੰਦੂ ਰਾਸ਼ਟਰ ਲਾਗੂ ਕਰਨਾ, ਇਹ ਵੀ ਉਹਦੀ ਬੀ ਟੀਮ ਹੀ ਆ, ਠੀਕ ਆ ਨਾ। ਪੰਜਾਬ ਦੇ ਵਿੱਚ ਨਹੀਂ, ਪੰਜਾਬੀ ਇਹਨਾਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ। ਇਹ ਗੁਰੂਆਂ ਰਹਿਬਰਾਂ ਦੀ ਧਰਤੀ ਆ ਔਰ ਪੰਜਾਬੀਆਂ ਨੇ ਜਿੰਨੀਆਂ ਦੇਸ਼ ਦੇ ਵਿੱਚ ਜੰਗਾਂ ਲੱਗੀਆਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ। ਸਾਡੇ ਗੁਰੂਆਂ ਰਹਿਬਰਾਂ ਨੇ ਆਪਣੇ ਸੀਸ ਦਿੱਤੇ ਆ, ਠੀਕ ਆ ਨਾ। ਤੇ ਅਸੀਂ ਵੀ ਉਹਨਾਂ ਦੀ ਸੋਚ ਤੇ ਚੱਲਦੇ। ਜਿਹੜੀ ਤੁਸੀਂ ਗੱਲ ਕਹੀ ਨਾ ਵੀ ਇਹ ਲੋਕ ਕਹਿੰਦੇ ਆ ਜੀ ਇਹ ਆਗੂ ਆ, ਇਹਨਾਂ ਨੇ ਬੋਲ ਕੇ ਦੌੜ ਜਾਣਾ ਜਾਂ ਫਲਾਨਾ, ਸਾਡੀ ਉਮਰ ਹੀ ਛੋਟੀ ਆ। ਸਾਡੇ ਰਿਕਾਰਡ ਕੱਢ ਕੇ ਦੇਖ ਲਿਓ, ਅਸੀਂ 100 ਦਿਨ ਲਗਾਤਾਰ ਧਰਨੇ ਲਾਏ ਆ ਜ਼ਮੀਨਾਂ ਕਰਕੇ। ਬੂਟਾ ਮੰਡੀ ਕਾਲਜ ਬਣਾਇਆ ਨਾ, ਅੰਬੇਡਕਰ ਕਾਲਜ, 107 ਦਿਨ ਧਰਨਾ ਲਾਇਆ ਸੀ। ਮੰਡੀ ਬੋਰਡ ਦੀ ਜ਼ਮੀਨ ਸੀਗੀ, ਐਜੂਕੇਸ਼ਨ ਡਿਪਾਰਟਮੈਂਟ ਨੂੰ ਲੈ ਕੇ ਦਿੱਤੀ ਆ ਤੇ ਕਾਲਜ ਬਣਾਇਆ ਉੱਥੇ। ਇਹ ਸਰਕਾਰ ਨਾ ਤਾਂ ਸਾਨੂੰ ਕਾਨੂੰਨ ਸਿਖਾਵੇ, ਵੀ ਨਾ ਉਹ ਸਮਝੇ ਵੀ ਅਸੀਂ ਨਿਆਣੇ ਆ, ਨਾ ਇਹ ਕੇਜਰੀਵਾਲ ਸਮਝੇ ਵੀ ਪੰਜਾਬੀ ਬੇਵਕੂਫ ਹੋਣਗੇ। ਬੇਵਕੂਫ ਸਿਰਫ ਭਗਵੰਤ ਮਾਨ ਆ ਜਿਹਨੂੰ ਤੂੰ ਚਾਰੀ ਜਾਂਦਾ, ਠੀਕ ਆ ਨਾ। ਉਹ ਮੁੱਖ ਮੰਤਰੀ ਦੇ ਲਾਲਚ 'ਚ ਫਸ ਗਿਆ ਹੋਊਗਾ, ਅਸੀਂ ਕੋਈ ਲਾਲਚੀ ਨਹੀਂ ਹੈਗੇ, ਠੀਕ ਆ। ਸਾਨੂੰ ਪਤਾ ਵੀ ਦਸ਼ਮੇਸ਼ ਪਿਤਾ ਨੇ ਕਿਹਾ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ। ਜਿੱਦਣ ਪੰਜਾਬੀਆਂ ਨੇ ਖਾਲਸਾ ਰਾਜ ਲੈਣਾ ਆਪਣੇ ਬਲ ਤੇ ਹੀ ਲੈਣਾ ਆ। ਇਹ ਕਿਸੇ ਇਹਨਾਂ ਨੂੰ ਕੇਜਰੀਵਾਲ ਨਾਲ ਮੋਦੀ ਨੇ ਨਹੀਂ ਦੇਣਾ। ਅੱਛਾ, ਖਾਲਸਾ ਰਾਜ 'ਚ ਕੀ ਬਦਲਾਅ ਆਊਗਾ? ਖਾਲਸਾ ਰਾਜ ਦੀਆਂ ਗੱਲਾਂ ਹੋ ਰਹੀਆਂ ਨੇ, ਉਧਰ ਸਟੇਜ ਤੇ ਵੀ ਖਾਲਸਾ ਰਾਜ ਦੀਆਂ ਗੱਲਾਂ ਹੋ ਰਹੀਆਂ ਨੇ। ਕੀ ਚਾਹੁੰਦੇ ਕਿ ਉਹ ਖਾਲਸਾ ਰਾਜ 'ਚ? ਇੱਥੇ ਵੀ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਲੋਕ ਕਹਿੰਦੇ ਵੀ ਇੱਥੇ ਬਹੁਤ ਵਧੀਆ ਹੈ। ਖਾਲਸਾ ਜਿਹੜਾ ਰਾਜ ਉਹਦੇ ਵਿੱਚ ਕੀ ਚੇਂਜ ਹੋ ਜਾਊਗਾ ਜੀ? ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਜੋ ਸਾਡੇ ਗੁਰੂਆਂ ਦੀ ਸੋਚ ਸੀ ਨਾ, ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਆ, ਜੋ ਸਾਡੇ ਗੁਰੂਆਂ ਨੇ ਕਹਿਤਾ ਕਿ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ, ਵੀ ਜਿਹੜੇ ਗਰੀਬ ਸਿੱਖ ਆ ਉਹ ਖਾਲਸਾ ਰਾਜ 'ਚ ਫਿਰ ਉਹਨਾਂ ਨੂੰ ਪਾਤਸ਼ਾਹੀਆਂ ਮਿਲਣੀਆਂ, ਉਹਨਾਂ ਦੇ ਸਿਰ ਤੇ ਤਾਜ ਰੱਖ ਹੋਣੇ ਆ, ਠੀਕ ਆ। ਫਿਰ ਆ ਜਿਹੜੇ ਘਰ ਆ ਉਹ ਢਹਿਣੇ ਨਹੀਂ ਹੈਗੇ, ਵਧੀਆ ਮਕਾਨ ਬਣਨੇ ਆ। ਉਹਦੇ ਵਿੱਚ ਫਿਰ ਜਾਤ ਪਾਤ ਖਤਮ ਹੋ ਜਾਣਾ, ਵੱਖਰੇ ਵੱਖਰੇ ਗੁਰੂ ਘਰ ਨਹੀਂ ਹੋਣੇ, ਵੱਖਰੀਆਂ ਵੱਖਰੀਆਂ ਕਬਰਾਂ ਨਹੀਂ ਬਣਨੀਆਂ, ਵੱਖਰੇ ਵੱਖਰੇ ਸੰਸਕਾਰ ਨਹੀਂ ਹੋਣੇ, ਠੀਕ ਆ। ਜਾਤ ਪਾਤ ਨਹੀਂ ਹੋਣਾ, ਕਿਸੇ ਨੂੰ ਧਰਮ ਦੇ ਨਾਂ 'ਤੇ ਕੁੱਟਿਆ ਨਹੀਂ ਜਾਣਾ, ਠੀਕ ਆ। ਕਿਸੇ ਨੂੰ ਗਊ ਰਕਸ਼ਾ ਦੇ ਨਾਮ 'ਤੇ ਕੁੱਟਿਆ ਨਹੀਂ ਜਾਣਾ, ਠੀਕ ਆ। ਕਿਸੇ ਦੀ ਮਜ਼ਦੂਰੀ ਦੇ ਉੱਤੇ ਡਾਕਾ ਨਹੀਂ ਮਾਰਿਆ ਜਾਣਾ, ਚਿੱਟਾ ਨਹੀਂ ਵਿਕਣਾ, ਲੁੱਟ ਖੋਹ ਨਹੀਂ ਹੋਣੀ, ਕਿਸੇ ਦੀਆਂ ਚੈਨੀਆਂ ਨਹੀਂ ਲਾਈਆਂ ਜਾਣੀਆਂ। ਖਾਲਸਾ ਰਾਜ 'ਚ ਹੋਣ ਤੋਂ ਬਾਅਦ ਇਹ ਖਾਲਸਾ ਰਾਜ ਵਿੱਚ ਹੋਊਗਾ, ਠੀਕ ਹੈ ਨਾ। ਅਸੀਂ ਚਾਹੁੰਦੇ ਹਾਂ ਕਿ ਇਹ ਖਾਲਸਾ ਰਾਜ, ਇਹ ਨਹੀਂ ਵੀ ਅਸੀਂ ਕੋਈ ਵੱਖਰਾ ਦੇਸ਼ ਮੰਗਦੇ ਹਾਂ, ਇਹੀ ਸਾਡਾ ਦੇਸ਼ ਆ। ਇਸ ਦੇਸ਼ 'ਤੇ ਨਹੀਂ ਪੂਰੀ ਦੁਨੀਆ 'ਤੇ ਖਾਲਸਾ ਰਾਜ ਆਊਗਾ, ਠੀਕ ਹੈ। ਇੱਕ ਦਿਨ ਆਊਗਾ ਜ਼ਰੂਰ, ਜਿੱਦਣ ਇਹ ਲੋਕ ਜਾਣਗੇ, ਜਾਗਣਗੇ। ਬਹੁਤ ਵੱਡੀ ਗੱਲ ਕਹਿ ਰਹੇ ਹੋ ਬਾਈ ਜੀ, ਸੰਭਵ ਹੈ? ਕਹਿੰਦੇ ਲੋਕੀ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਨੇ। ਖਾਲਸਾ ਰਾਜ ਦੀ ਤੁਸੀਂ ਗੱਲ ਕਰ ਰਹੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਸੰਭਵ ਹੈ ਵੀ ਖਾਲਸਾ ਰਾਜ ਆ ਸਕਦਾ? ਇਸ ਦੇਸ਼ ਦੇ ਵਿੱਚ ਸਭ ਤੋਂ ਵੱਡੀ ਤਾਕਤ ਵੋਟ ਦੀ ਆ। ਚਾਹੇ ਈਵਨ ਮਸ਼ੀਨਾਂ ਰਾਹੀਂ ਚੋਰੀ ਕਰਦੇ ਹੋਣ ਜਾਂ ਸਾਡੇ ਲੋਕ ਹਲੇ ਤੱਕ ਜਾਗੇ ਨਾ ਹੋਣ, ਠੀਕ ਹੈ ਨਾ। ਇਹ ਦੇਸ਼ ਦੇ ਵਿੱਚ ਮਨੂਵਾਦ ਪਖੰਡਵਾਦ ਫੈਲਾਉਣਾ ਚਾਹੁੰਦੇ ਆ। ਇਹ ਕਹਿੰਦੇ ਆ ਵੀ ਲੋਕ ਜਿਹੜੇ ਆ ਮੂਰਤੀ ਪੂਜਾ ਵੱਲ ਲੱਗੇ ਰਹਿਣ, ਪਰ ਜਦ ਕਿ ਜਿਹੜੇ ਖਾਲਸਾ ਰਾਜ ਦੇ ਵਿੱਚ ਨਾ ਤਾਂ ਮੂਰਤੀ ਪੂਜਾ ਹੋਊਗੀ, ਫਿਰ ਇਨਸਾਨਾਂ ਦੀ ਪੂਜਾ ਹੋਊਗੀ। ਸੋ ਕੋ ਮੰਦਾ ਆਖੀਏ
ਜਿਸ ਜਨਮੇ ਰਾਜਾਨ। ਫਿਰ ਜਿਹੜੀ ਇਹ ਔਰਤ ਆ ਨਾ ਉਹਨੂੰ ਸਿਰ ਦਾ ਤਾਜ ਮੰਨਿਆ ਜਾਊਗਾ। ਜਿੰਨੇ ਰਾਜੇ ਮਹਾਰਾਜੇ ਪੈਦਾ ਕੀਤੇ, ਠੀਕ ਆ, ਉਹਦਾ ਬਲਤਕਾਰ ਨਹੀਂ ਹੋਊਗਾ। ਖਾਲਸਾ ਰਾਜ 'ਚ ਕਿਸੇ ਮੇਰੀ ਧੀ ਭੈਣ ਦਾ ਬਲਤਕਾਰ ਨਹੀਂ ਹੋਊਗਾ। ਕਿਸੇ ਧੀ ਭੈਣ ਨੂੰ ਕਾਲਜਾਂ ਦੇ ਬਾਹਰ ਜਿਹੜੇ ਮਸਟੰਡੇ ਛੇੜਦੇ ਆ ਨਾ, ਉਹਨੂੰ ਛੇੜਿਆ ਨਹੀਂ ਜਾਊਗਾ। ਠੀਕ ਆ ਨਾ, ਇਹ ਹੋਊਗਾ ਖਾਲਸਾ ਰਾਜ। ਚੋਰੀ ਨਹੀਂ ਹੋਊਗੀ। ਹੁਣੀ ਸਟੇਜ ਤੇ ਦੱਸ ਕੇ ਹਟ ਗਿਆ ਨਾ ਵੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਕਿੱਦਾਂ ਦਾ ਸੀਗਾ। ਠੀਕ ਹੈ ਨਾ, ਇਸ ਕਰਕੇ ਖਾਲਸਾ ਰਾਜ ਦੇ ਵਿੱਚ ਜਿਹੜਾ ਹਰ ਇੱਕ ਇਨਸਾਨ ਆ, ਕਿਸੇ ਵੀ ਧਰਮ ਦਾ ਆ, ਉਹ ਸੇਫ ਹੋਊਗਾ। ਖਾਲਸਾ ਰਾਜ ਇਹ ਨਹੀਂ ਵੀ ਇਕੱਲਾ ਸਿੱਖਾਂ ਦਾ ਰਾਜ ਆ ਜਾਊਗਾ ਵੀ ਇਕੱਲੇ ਸਿੱਖ ਹੀ ਉਹਦੇ ਵਿੱਚ। ਜਾਤਾਂ ਪਾਤਾਂ ਜੀ ਆਪਾਂ ਲੋਕਾਂ ਨੇ ਬਣਾਈਆਂ। ਬਹੁਤ ਲੋਕ ਕਹਿੰਦੇ ਵੀ ਇਹ ਹੈ ਤਾਂ ਇਨਸਾਨੀਅਤ ਹੈ, ਮੁੱਖ ਧਰਮ ਤਾਂ ਆਪਣਾ ਇਨਸਾਨੀਅਤ ਹੈ ਜੀ। ਦੇਖੋ ਖਤਮ ਕਰ ਦਿੱਤੀ ਸਾਡੇ ਗੁਰੂਆਂ ਰਹਿਬਰਾਂ ਨੇ ਤਾਂ ਜਾਤਾਂ ਪਾਤਾਂ ਖਤਮ ਕਰ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਿਰਫ ਮਾਨਵਤਾ ਦਾ ਪ੍ਰਚਾਰ ਹੁੰਦਾ। ਠੀਕ ਆ ਨਾ, ਇਹ ਨਹੀਂ ਵੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਿਹੜੀ ਗੁਰੂ ਰਵਿਦਾਸ ਮਹਾਰਾਜ ਨੇ ਗੱਲ ਕਹੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ। ਉਹਨਾਂ ਨੇ ਇਕੱਲਾ ਕਿਸੇ ਜਾਤ ਦਾ ਤਾਂ ਨਾਮ ਨਹੀਂ ਲਿਆ। ਠੀਕ ਹੈ ਨਾ, ਉਹਨਾਂ ਨੇ ਸਾਰਿਆਂ ਦੀ ਗੱਲ ਕੀਤੀ ਵੀ ਰੋਟੀ ਕੱਪੜਾ ਮਕਾਨ ਜਿਹੜਾ ਸਾਰਿਆਂ ਨੂੰ ਮਿਲਣਾ ਚਾਹੀਦਾ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਲਿਖਿਆ 2 ਸਾਲ 11 ਮਹੀਨੇ 18 ਦਿਨ ਲਗਾਤਾਰ ਦੇਸ਼ ਆਜ਼ਾਦ ਹੋਣ ਤੋਂ ਬਾਅਦ, ਠੀਕ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਡੇ ਗੁਰੂਆਂ ਦੀ ਸੋਚ ਨੂੰ ਲੈ ਕੇ ਬਾਬਾ ਸਾਹਿਬ ਅੰਬੇਡਕਰ ਨੇ ਸਤਿਗੁਰੂ ਕਬੀਰ ਮਹਾਰਾਜ ਜੀ ਨੂੰ ਆਪਣਾ ਆਈਡਲ ਮੰਨਿਆ। ਜਿਹੜੇ ਸਾਡੇ ਗੁਰੂਆਂ ਦੀ ਮਾਨਵਤਾਵਾਦੀ ਸੋਚ ਸੀਗੀ ਨਾ, ਇਹ ਜਾਤ ਪਾਤ ਖਤਮ ਕਰਨ ਲਈ ਹੀ ਭਾਰਤ ਦਾ ਸੰਵਿਧਾਨ ਬਣਿਆ। ਪਰ ਤੁਸੀਂ ਸੰਵਿਧਾਨ ਦੀ ਗੱਲ ਕੀਤੀ, ਸੰਵਿਧਾਨ ਨੂੰ ਲੈ ਕੇ ਕਾਨੂੰਨ ਬਣਦੇ ਨੇ ਤਾਂ ਕਾਨੂੰਨੀ ਕਾਰਵਾਈ ਉਸੇ ਤਰੀਕੇ ਦੇ ਨਾਲ ਹੁੰਦੀ। ਮਾਨਯੋਗ ਸੁਪਰੀਮ ਕੋਰਟ ਵੱਲੋਂ ਆਰਡਰ ਦਿੱਤੇ ਗਏ ਜਿਸ ਮਲਬੇ ਤੇ ਆਪਾਂ ਇਸ ਵੇਲੇ ਖੜੇ ਹਾਂ, ਇਹ ਸੰਵਿਧਾਨ ਦੇ ਅਕੋਰਡਿੰਗ ਹੀ ਬਹੁਤ ਲੋਕ ਕਹਿ ਰਹੇ ਨੇ। ਜੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਵੀ ਸੰਵਿਧਾਨਿਕ ਤੌਰ ਤੇ ਜਿਹੜਾ ਹੈ ਨਾ ਕਬਜ਼ਾ ਹਟਾਇਆ ਗਿਆ, ਫਿਰ ਉੱਥੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦਾ ਤੁਹਾਡਾ ਜਵਾਬ ਹੈ ਜੀ? ਦੇਖੋ ਸੰਵਿਧਾਨ ਦੇ ਵਿੱਚ ਇਹ ਗੱਲ ਆ ਵੀ ਕੋਈ ਕਿਸੇ ਦੀ ਜ਼ਮੀਨ ਤੇ ਕਬਜ਼ਾ ਨਹੀਂ ਕਰ ਸਕਦਾ। ਠੀਕ ਆ, ਉਹ ਸੰਵਿਧਾਨ ਦੇ ਵਿੱਚ ਲਾਅ ਇਸ ਕਰਕੇ ਬਣੇ ਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜੇ ਧਨਾੜ ਲੋਕ ਆ ਉਹ ਗਰੀਬਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲੈਂਦੇ ਆ। ਜਿਹੜਾ ਸੰਵਿਧਾਨ ਆ ਉਹ ਗਰੀਬਾਂ ਦੇ ਹੱਕ ਦੇ ਲਈ ਬਣਿਆ ਹੋਇਆ ਆ, ਨਾ ਕਿ ਗਰੀਬਾਂ ਨੂੰ ਉਜਾੜਨ ਦੇ ਲਈ। ਦੇਖੋ ਇਹ ਗਰੀਬ ਲੋਕ ਸੀਗੇ, ਇਹ ਆਪਣੇ ਵਕੀਲ ਨਹੀਂ ਪੇਸ਼ ਕਰ ਸਕੇ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਇਹ ਦਿਖਾਇਆ ਗਿਆ ਵੀ ਇਹਨਾਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਇਸ ਜਗ੍ਹਾ ਦੇ ਉੱਤੇ, ਜਦ ਕਿ ਇਹਨਾਂ ਨੇ ਕਬਜ਼ਾ ਨਹੀਂ ਕੀਤਾ ਹੋਇਆ ਸੀਗਾ। ਹੁਣ ਜਿਹੜੇ ਪਾਕਿਸਤਾਨ ਤੋਂ ਲੋਕ ਆਏ ਆ ਉਹ ਇੱਥੇ ਰਹਿ ਹੀ ਰਹੇ। ਇਹੀ ਦਿਖਾਇਆ ਗਿਆ ਨਾ ਵੀ ਇਹਨਾਂ ਲੋਕਾਂ ਨੇ ਕਬਜ਼ਾ ਕੀਤਾ ਗਿਆ। ਇਹੀ ਕਹਿ ਰਹੀ ਨਾ ਸਰਕਾਰ ਵੀ ਅਸੀਂ ਕਬਜ਼ਾ ਹਟਾ ਲਿਆ ਜੀ, ਕਬਜ਼ਾ ਛਡਾ ਰਹੇ ਹਾਂ, ਜਦ ਕਿ ਇਹ ਕਬਜ਼ਾ ਥੋੜੀ ਸੀ, ਇਹ ਤਾਂ ਇਹਨਾਂ ਦੇ ਘਰ ਸੀਗੇ। ਦੇਖੋ ਜਿਹੜਾ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਣਾ ਹੈ ਨਾ, ਉਹਨਾਂ ਨੇ ਸਬੂਤਾਂ ਦੇ ਆਧਾਰ ਤੇ ਸੁਣਾਉਣਾ। ਠੀਕ ਆ, ਕੋਰਟਾਂ ਦੇ ਵਿੱਚ ਸਬੂਤ ਜਿਹੜੇ ਆ ਗਲਤ ਪੇਸ਼ ਕੀਤੇ ਜਾਂਦੇ, ਗਵਾਹ ਬੇਕੇ ਝੂਠੀਆਂ ਗਵਾਹੀਆਂ ਦੇ ਜਾਂਦੇ ਆ। ਠੀਕ ਆ ਨਾ, ਇਸ ਕਰਕੇ ਜਿਹੜਾ ਇਹ ਜਿਹੜਾ ਫੈਸਲਾ ਆ ਉਹ ਗਲਤ ਆਇਆ। ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਸਰਕਾਰ ਰੋਕ ਸਕਦੀ ਆ। ਤੁਸੀਂ ਮੈਂ ਤੁਹਾਨੂੰ ਦੱਸਦਾ, ਕਈ ਵਾਰ ਬੰਦੀ ਸਿੰਘਾਂ ਨੂੰ ਫਾਂਸੀ ਦੇ ਦਿੱਤੀ ਦੀ ਸਜ਼ਾ ਜੱਜ ਸੁਣਾ ਦਿੰਦੇ ਆ। ਠੀਕ ਆ, ਪੰਜਾਬ ਦਾ ਮੁੱਖ ਮੰਤਰੀ ਜਾਂਦਾ ਸੀ ਰਾਸ਼ਟਰਪਤੀ ਕੋ ਵੀ ਇਹ ਜੇ ਤੁਸੀਂ ਫਾਂਸੀ ਦੇ ਦਿੱਤੀ ਗਈ, ਇਹਨਾਂ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਹੋ ਜਾਣਾ, ਦੇਸ਼ ਦੇ ਵਿੱਚ ਦੰਗੇ ਹੋ ਸਕਦੇ ਆ, ਅੱਗ ਜਣੀ ਹੋ ਸਕਦੀ ਆ, ਤਾਂ ਰਾਸ਼ਟਰਪਤੀ ਨੂੰ ਉਹ ਫੈਸਲਾ ਬਦਲਣਾ ਪੈਂਦਾ। ਜੇ ਪੰਜਾਬ ਦਾ ਮੁੱਖ ਮੰਤਰੀ ਜਾਂਦਾ ਵੀ ਇਹ ਜਿਹੜੇ ਘਰ ਆ 100 ਘਰ ਆ, ਇਹ ਢਹਿਣ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ, ਪੰਜਾਬ 'ਚ ਅੱਗ ਲੱਗ ਜਾਣੀ, ਸਾਡੀ ਸਰਕਾਰ ਡਿੱਗ ਜਾਣੀ, ਕੇਜਰੀਵਾਲ ਜਾ ਕੇ ਰਾਸ਼ਟਰਪਤੀ ਕੋ ਮਿੰਨਤਾਲਾ ਕਰਦੇ, ਇਸ ਫੈਸਲੇ ਨੂੰ ਰੋਕਿਆ ਜਾਂਦਾ, ਮਤਲਬ ਜਾਂਦਾ। ਪਰ ਨਹੀਂ, ਸਰਕਾਰ ਦੀ ਜਿਹੜੀ ਮਨਸ਼ਾ ਨਹੀਂ ਹੈਗੀ, ਸਰਕਾਰ ਜਿਹੜੀ ਬੇਈਮਾਨ ਆ। ਠੀਕ ਆ ਨਾ, ਇਹ ਲੋਕਾਂ ਨੂੰ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਆ। ਸਰਕਾਰ ਜਿਹੜੀ ਆ ਉਹ ਇਕੱਲੀ ਇੱਥੇ ਨਹੀਂ, ਮੈਂ ਤੁਹਾਨੂੰ ਦੱਸਦਾ ਪੂਰੀ ਲੁੱਟ ਮਚਾਈ ਹੋਈ ਆ। ਪੰਜਾਬ ਦੇ ਖਜ਼ਾਨੇ ਨੂੰ ਪੂਰੀ ਤਰ੍ਹਾਂ ਐਨ ਦੋਨਾਂ ਹੱਥਾਂ ਦੇ ਨਾਲ ਲੁੱਟਿਆ ਜਾ ਰਿਹਾ। ਠੀਕ ਆ, ਲੁੱਟ ਕੇ ਪੰਜਾਬ ਦੇ ਵਿੱਚੋਂ ਦਿੱਲੀ, ਗੁਜਰਾਤ, ਹਿਮਾਚਲ ਲਿਆ ਜਾ ਰਿਹਾ। ਪੰਜਾਬ ਦੀਆਂ ਨੌਕਰੀਆਂ ਦੇ ਡਾਕੇ ਪੈ ਰਹੇ ਆ। ਠੀਕ ਆ ਨਾ, ਪੰਜਾਬੀਆਂ ਨੇ ਬਹੁਤ ਵੱਡੀ ਗਲਤੀ ਕਰ ਲਈ ਇਹਨਾਂ ਦੇ ਹੱਥ ਰਾਜ ਫੜਾ ਕੇ। ਠੀਕ ਆ ਨਾ, ਭਗਵੰਤ ਮਾਨ ਨੂੰ ਦਾਰੂ ਪਿਲਾ ਕੇ ਸ਼ਾਮ ਨੂੰ ਸੁਲਾ ਦਿੰਦੇ ਆ। ਉਹਦਾ ਕੋਈ ਬਿਆਨ ਆਇਆ ਦੱਸੋ ਇਸ ਮਸਲੇ ਤੇ? ਬਿਆਨ ਆਇਆ? ਉਹ ਸੁੱਤਾ ਪਿਆ ਆ, ਦਾਰੂ ਪੀ ਕੇ ਸੁੱਤਾ ਪਿਆ। ਹੁਣ ਉਹਨੂੰ ਗੱਲ ਨਹੀਂ ਆਉਂਦੀ ਗਈ, ਉਹ ਪਹਿਲਾਂ ਵੱਡੀਆਂ ਗੱਲਾਂ ਕਰਦਾ ਸੀ। ਔਰ ਖਾਸ ਕਰਕੇ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬਤਾਊ ਨੂੰ ਆਪਾਂ ਪੀਲਾ ਰੰਗ ਕਰ ਦਈਏ, ਉਹ ਅੰਬ ਦਾ ਸਵਾਦ ਥੋੜੀ ਦੇਊਗਾ, ਸਵਾਦ ਤਾਂ ਬਤਾਊਂ ਦਾ ਹੀ ਰਹਿਣਾ ਹੈ ਨਾ। ਇਸ ਕਰਕੇ ਤੁਸੀਂ ਇੱਕ ਕਮੇਡੀਅਨ ਨੂੰ ਮੁੱਖ ਮੰਤਰੀ ਬਣਾ ਦੋਗੇ, ਲੀਡਰ ਬਣਾ ਦੋਗੇ, ਉਹਨੇ ਮੁੱਖ ਮੰਤਰੀ ਥੋੜੀ ਬਣ ਜਾਣਾ, ਲੀਡਰ ਥੋੜੀ ਬਣ ਜਾਣਾ ਲੋਕਾਂ ਦਾ। ਉਹਨੇ ਤਾਂ ਕਮੇਡੀਅਨ ਹੀ ਰਹਿਣਾ। ਉਹੀ ਹੈ ਵੀ ਉਹ ਕਮੇਡੀਅਨ ਕਰਦਾ। ਉਹਨੇ ਕੇਜਰੀਵਾਲ ਨੇ ਜਿਹੜੇ ਇੱਥੇ ਦੇ ਲੋਕ ਸੀਗੇ ਚਮਚੇ, ਜਿਹੜੇ ਉਹਨਾਂ ਦੇ ਪਿੱਛੇ ਤਲਵੇ ਚੜ੍ਹਦੇ ਸੀਗੇ, ਲਾਲਚੀ ਲੋਕ ਸੀਗੇ, ਜਿਹੜੇ ਕਹਿੰਦੇ ਜੀ ਅਸੀਂ ਕੌਂਸਲਰ ਬਣ ਜਾਈਏ, ਅਸੀਂ MLA ਬਣ ਜਾਈਏ, ਉਹ ਚੁਣੇ। ਜਿਹੜੇ ਅਕਾਲੀਆਂ ਕਾਂਗਰਸੀਆਂ ਮਗਰ ਵੀ ਤੁਰੇ ਫਿਰਦੇ ਹੁੰਦੇ ਸੀ ਵੀ ਸਾਨੂੰ ਟਿਕਟ ਮਿਲ ਜਾਵੇ, ਉਹਨਾਂ ਨੂੰ ਅਕਾਲੀਆਂ ਨੇ ਟਿਕਟ ਨਹੀਂ ਦਿੱਤੀ, ਕਾਂਗਰਸੀਆਂ ਨੇ ਨਹੀਂ ਦਿੱਤੀ, ਤਾਂ ਇਹ ਦੇ ਦਿੰਦੇ ਸੀਗੇ। ਇਹਨਾਂ ਨੂੰ ਥੋੜ੍ਹਾ ਬਹੁਤਾ ਮਾਲ ਚਾਹੀਦਾ ਹੁੰਦਾ, ਫੰਡ ਪਾਰਟੀ ਚਲਾਉਣ ਲਓ ਜੀ, ਹਾਂਜੀ ਫੰਡ ਦਿਓ, ਫੰਡ ਲੈਂਦੇ ਆ, ਨਾਲੇ ਤਾਂ ਪੈਸੇ ਲੈ ਜਾਂਦੇ, ਨਾਲੇ ਟਿਕਟ ਦੇ ਗਏ। ਠੀਕ ਆ, ਉਲਟਾ ਲੋਕਾਂ ਨੇ ਉਹਨਾਂ ਨੂੰ ਜਿਤਾ ਵੀ ਦਿੱਤਾ, ਉਹ MLA ਬਣ ਗਏ, ਉਹਨਾਂ ਦੇ ਤਾਂ 4 ਹੀ ਹੱਥ ਘੇਚ ਆ ਗਏ ਹੁਣ। ਠੀਕ ਆ, ਉਹ ਤਾਂ ਹੁਣ ਲੁੱਟਣ ਗਈ ਨਾ ਪੰਜਾਬ ਨੂੰ। ਠੀਕ ਆ, ਤੇ ਇਸ ਕਰਕੇ ਉਹ ਅਗਲੇ ਹੁਣ ਲੁੱਟ ਰਹੇ ਆ। ਪੰਜਾਬੀਆਂ ਨੇ ਬਹੁਤ ਵੱਡੀ ਗਲਤੀ ਕਰ ਲਈ ਆ, ਔਰ ਗਾਂ ਇਹ ਗਲਤੀ ਪੰਜਾਬੀ ਸੁਧਾਰਨ। ਜੇ ਕਿਤੇ ਇਹਨਾਂ ਦੇ ਗਾਂ ਕੌਂਸਲਰ ਬਣ ਗਏ ਨਾ,
ਤਾਂ ਇਹਨਾਂ ਨੇ ਲੋਕਾਂ ਦੇ ਘਰਾਂ 'ਚੋਂ ਭਾਂਡੇ ਵੀ ਚੱਕ ਕੇ ਲੈ ਜਾਣੇ, ਕਿਉਂਕਿ ਨਹੀਂ ਜੀ, ਬਹੁਤੇ ਲੋਕ ਆਪਾਂ ਨੂੰ ਦੇਖ ਰਹੇ ਹੋਣਗੇ, ਹੇਠਾਂ ਕਮੈਂਟ ਵੀ ਕਰਦੇ ਹੋਣਗੇ ਸਮਰਥਕ ਆਮ ਆਦਮੀ ਪਾਰਟੀ ਦੇ, ਉਹ ਕਹਿਣਗੇ ਵੀ ਨਹੀਂ ਜੀ ਆਮ ਆਦਮੀ ਲੋਕਾਂ ਦੀ ਸਰਕਾਰ ਹੈ, ਆਮ ਲੋਕਾਂ ਦੀ ਸਰਕਾਰ ਹੈ, ਗਲੀਆਂ ਮੁਹੱਲਿਆਂ 'ਚੋਂ ਚੱਲਣ ਵਾਲੀ ਸਰਕਾਰ ਹੈ, ਜਿਹੜਾ ਪਹਿਲਾਂ VIP ਕਲਚਰ ਉਹ ਤਾਂ ਖਤਮ ਕਰ ਦਿੱਤਾ ਜੀ। ਉਹਨਾਂ ਨੂੰ ਉਸ ਦਿਨ ਪਤਾ ਲੱਗਣਾ ਜਿੱਦਣ ਇਹ ਅੱਗ ਉਹਨਾਂ ਦੇ ਘਰ ਤੱਕ ਪਹੁੰਚਣੀ ਆ, ਜਿੱਦਣ ਇਹ ਪੀਲਾ ਪੰਜਾ ਇਹਨਾਂ ਦੇ ਘਰ ਚੱਲਿਆ ਨਾ, ਜਿੱਦਣ ਪੀਲੇ ਪੰਜੇ ਦਾ ਮੂੰਹ ਉਹਨਾਂ ਦੇ ਘਰ ਵੱਲ ਨੂੰ ਹੋਇਆ, ਠੀਕ ਆ ਨਾ। ਕਿਉਂਕਿ ਜਦੋਂ ਭਾਜੀ ਅੱਗ ਦੂਏ ਦੇ ਘਰ ਲੱਗੀ ਹੋਵੇ ਨਾ, ਤਾਂ ਜਿਹੜੇ ਲੋਕ ਉਹਦਾ ਤਮਾਸ਼ਾ ਦੇਖਦੇ ਹੁੰਦੇ ਆ ਆਪਣੇ ਛੋਟੇ ਛੋਟੇ ਸਵਾਰਥਾਂ ਦੇ ਲਈ, ਆਪਣੇ ਅਹੁਦੇ ਲੈਣ ਲਈ, ਉਹ ਜਿਹੜੇ ਥੱਲੇ ਕਮੈਂਟ ਕਰਦੇ ਨੇ ਉਹਨਾਂ ਨੂੰ ਆਸ ਹੋਣੀ ਖਰਿਆ, ਸਾਡਿਆਂ ਨੂੰ ਵੀ ਆਸ ਹੈ, ਕਈਆਂ ਨੂੰ ਵੀ ਖਰਿਆ ਮੈਂ SC ਕਮਿਸ਼ਨ ਦਾ ਮੈਂਬਰ ਮਿਲ ਜਾਣਾ, ਲੱਗ ਜਾਣਾ, ਮੇਰੀ ਤਨਖਾਹ ਲੱਗ ਜਾਣੀ, ਜਾਂ ਮੈਨੂੰ ਕੌਂਸਲ ਦੀ ਟਿਕਟ ਮਿਲ ਜਾਣੀ ਆ, ਮੈਂ ਵੀ ਲੁੱਟੂੰਗਾ ਗਾਂ ਨਿਆਜ ਕਲੋਨੀਆਂ ਕੱਟੂੰਗਾ, ਨਏ ਨਕਸ਼ੇ ਪਾਸ ਕਰਾਊਂਗਾ। ਆ ਵੀ ਜਿਹੜੇ ਘਰ ਬਣੇ ਸੀਗੇ ਕਿਸੇ ਸਰਕਾਰਾਂ ਦੇ ਚਮਚਿਆਂ ਨੇ ਨਕਸ਼ੇ ਪਾਸ ਕਰਵਾ ਕੇ ਇਹਨਾਂ ਦੇ ਘਰ ਬਣਾਏ, ਇੱਥੇ ਬਿਜਲੀ ਦੇ ਮੀਟਰ ਲਵਾਏ, ਇਹਨਾਂ ਦੇ ਸੀਵਰੇਜ ਪਵਾਏ, ਪੈਪ ਹੋਏ, ਆਖਰ ਕੰਮ ਤਾਂ ਸਾਰੇ ਸਰਕਾਰੀ ਹੁੰਦੇ ਸੀ ਨਾ। ਉਹ ਕਿੱਦਾਂ ਹੁੰਦੇ ਸੀ ਜੇ ਇਹ ਜਗ੍ਹਾ 'ਤੇ ਕਬਜ਼ਾ ਸੀਗਾ, ਫਿਰ ਉਹ ਮਿਲੀ ਭੁਗਤ ਨਾਲ ਹੀ ਹੁੰਦੇ। ਇਹ ਉਹਨਾਂ ਦਾ ਵੀ ਯੋਗਦਾਨ ਹੈ। ਇੱਕ ਅੱਗ ਉਹਨਾਂ ਦੇ ਘਰ ਤੱਕ ਵੀ ਪਹੁੰਚਣੀ ਹੈ, ਫਿਰ ਉਹਨਾਂ ਨੂੰ ਸੇਕ ਲੱਗਣਾ ਪੂਰਾ, ਫਿਰ ਉਹਨਾਂ ਨੇ ਕਹਿਣਾ ਭਗਵੰਤ ਮਾਨ ਮੁਰਦਾਬਾਦ, ਬਹੁਤ ਮਾੜੀ ਸਰਕਾਰ ਆ ਜੀ ਇਹ, ਸਾਨੂੰ ਬਚਾਓ। ਫਿਰ ਉਹਨਾਂ ਨੇ ਵੀ ਸਾਡੇ ਕੋਲ ਹੀ ਆਉਣਾ, ਠੀਕ ਹੈ ਨਾ। ਜਿਹੜੇ ਲੋਕ ਕੈਪਟਨ ਦੀ ਵਾਰੀ ਨਾਅਰੇ ਲਾਉਂਦੇ ਹੁੰਦੇ ਸੀ ਨਾ, ਕੈਪਟਨ ਦੇ ਵੀ ਸਾਡਾ ਤਾਂ ਕੈਪਟਨ ਜੀ ਉਹੀ ਹੈ, ਜਦੋਂ ਉਹ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਾਤਾ ਸੀ ਨਾ, ਆ ਗਿਆ ਸੀਗਾ, ਤੇ ਉਹ ਕਹਿੰਦੇ ਨਹੀਂ ਜੀ ਸਾਡਾ ਤਾਂ ਕੈਪਟਨ ਇੱਕੋ ਹੀ ਹੁੰਦਾ, ਸਾਡਾ ਕੈਪਟਨ ਸਾਡਾ ਕੈਪਟਨ। ਉਹੀ ਬਾਅਦ ਦੇ ਵਿੱਚ ਗਾਲਾਂ ਕੱਢਣ ਲੱਗ ਪਏ, ਨਹੀਂ ਜੀ ਕੈਪਟਨ ਨੇ ਤਾਂ ਕੁਝ ਵੀ ਨਹੀਂ ਕੀਤਾ ਜਦੋਂ ਮੁੱਖ ਮੰਤਰੀ ਬਦਲ ਦਿੱਤਾ ਜੀ ਉਹ ਠੀਕ। ਇਹ ਤਾਂ ਚਮਚੇ ਲੋਕ ਆ, ਇਹ ਸਾਰੀਆਂ ਪਾਰਟੀਆਂ 'ਚ ਹੈਗੇ ਆ, ਵੰਡੇ ਹੋਇਆ। ਕੋਈ ਅਕਾਲੀ ਦਲ ਦੇ ਵਿੱਚ, ਅਕਾਲੀ ਦਲ ਵਾਲੇ ਵੀ ਪਹਿਲਾਂ ਬਾਦਲਾਂ ਦੇ ਬਹੁਤ ਚਮਚੇ ਸੀ, ਮੈਂ ਦੇਖਦਾ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਸੀ ਪ੍ਰਾਊਡ ਟੂ ਬੀ ਅਕਾਲੀ। ਉਹ ਹੁਣ ਗਾਲਾਂ ਕੱਢਦੇ ਨਹੀਂ ਥੱਕਦੇ ਜਿੰਨੇ ਆ ਜਿਹੜੇ ਆਮ ਆਦਮੀ ਪਾਰਟੀ ਲਈ ਵੋਟਾਂ ਮੰਗਦੇ ਹੁੰਦੇ ਸੀ। ਸਾਡੇ ਨਾਲ ਵੀ ਕਈ ਸੀਗੇ, ਠੀਕ ਆ, ਜਿਹੜੇ ਕਹਿੰਦੇ ਹੁੰਦੇ ਸੀ ਜੀ ਬਦਲਾਅ ਆਉਣਾ ਆ, ਬਹੁਤ ਵੱਡਾ, ਚੰਗੇ ਸਕੂਲ ਬਣ ਜਾਣੇ ਆ ਜੀ, DC ਦਾ ਬੱਚਾ ਰਿਕਸ਼ੇ ਵਾਲੇ ਦਾ ਬੱਚਾ ਬਰਾਬਰ ਬਹਿਣ ਲੱਗ ਪੈਣਾ, ਹਸਪੀਟਲ ਬਣ ਜਾਣੇ, ਮੁਹੱਲਾ ਕਲੀਨਿਕ ਬਣ ਜਾਣਾ ਜੀ, ਉਹ ਫਲਾਣਾ ਹੈ ਨਾ। ਆਮ ਆਦਮੀ ਕਲੀਨਿਕ ਬਣੇ ਨੇ, ਕਹਿੰਦੇ ਜਿਹੜੀਆਂ 75 ਸਾਲ ਤੋਂ ਸਹੂਲਤਾਂ ਨਹੀਂ ਮਿਲੀਆਂ ਸਾਨੂੰ, ਉਹੀ ਮੁਹੱਲਿਆਂ 'ਚੋਂ ਲੈ ਰਹੇ ਆ, ਸਾਨੂੰ ਮੁਫਤ 'ਚ ਇਲਾਜ ਹੋ ਰਿਹਾ ਜੀ। ਸਿਵਲ ਹਸਪੀਟਲ ਦੇ ਮਾੜੇ ਜਿਹਾ ਜਾਇਓ, ਤਾਂ ਤੁਸੀਂ ਪੱਤਰਕਾਰ ਹੋ, ਤੀਸਰਾ ਨੇਤਰ ਹੋ ਲੋਕਤੰਤਰ ਦਾ, ਸਿਵਲ ਹਸਪੀਟਲ 'ਚ ਜਾ ਕੇ ਦੇਖਿਓ ਨਾ ਕੀ ਹਾਲ ਆ। ਆਯੁਸ਼ਮਾਨ ਯੋਜਨਾ ਜਿਹੜੀ ਸੈਂਟਰ ਸਰਕਾਰ ਦੀ ਸੀਗੀ ਪਾਲਿਸੀ, 5 ਲੱਖ ਰੁਪਏ ਦਾ ਇਲਾਜ ਹੁੰਦਾ ਸੀਗਾ ਨੀਲੇ ਕਾਰਡ ਤੇ, ਅੱਜ ਕਿਸੇ ਹਸਪੀਟਲ 'ਚ ਦੱਸੋ ਹੋ ਰਿਹਾ? ਪੂਰੇ ਪੰਜਾਬ ਦੇ ਵਿੱਚ ਬੰਦ ਆ ਮਹਾਰਾਜ। PGI ਚਲਾਉਂਦੇ ਆ ਚੰਡੀਗੜ੍ਹ ਉਹ ਆਯੁਸ਼ਮਾਨ, ਉੱਥੇ ਵੀ ਕਿਸੇ ਦਾ ਚੱਲਦਾ ਕਿਸੇ ਦਾ ਨਹੀਂ ਜਾਂਦਾ। PGI ਕਿਹੜਾ ਗਰੀਬ ਜਾਊਗਾ ਪਹਿਲਾਂ ਮੈਨੂੰ ਦੱਸੋ, ਠੀਕ ਆ। ਉੱਥੇ ਇੰਨਾ ਰਸ਼ ਪਿਆ ਹਰਿਆਣਾ ਉੱਥੇ ਸਾਰਾ ਆ ਗਿਆ, ਪੰਜਾਬ ਉੱਥੇ, ਪੰਜਾਬ ਦੇ ਵਿੱਚ ਕਿਤੇ ਵੀ ਆਯੁਸ਼ਮਾਨ ਕਾਰਡ ਨਹੀਂ ਚੱਲਦਾ ਪਿਆ, ਗਰੀਬਾਂ ਦਾ ਇਲਾਜ ਨਹੀਂ ਕਿਤੇ ਹੋ ਰਿਹਾ। ਗਰੀਬ ਸਿਵਲ ਹਸਪੀਟਲ ਜਾਂਦਾ ਤਾਂ ਸਿਵਲ ਹਸਪੀਟਲ ਦਾ ਹਾਲ ਜਾ ਕੇ ਦੇਖਿਓ, ਤਬੇਲਾ ਬਣਿਆ ਹੋਇਆ ਆ, ਕੁੱਤੇ ਬੈਠੇ ਉੱਥੇ ਬੈੱਡਾਂ ਦੇ ਉੱਤੇ, ਸਫਾਈ ਹੈ ਨਹੀਂ, ਔਰ ਸਿਵਲ ਹਸਪੀਟਲ ਦੇ ਡਾਕਟਰ ਖੁਦ ਰੋਣਦੇ ਆ, ਠੀਕ ਆ ਨਾ। ਉਹਨਾਂ ਦੇ ਕੋਲ ਦਵਾਈਆਂ ਹੈ ਨਹੀਂ ਗੀਆਂ, ਠੀਕ ਆ। ਤੁਸੀਂ ਕਦੀ ਜਿਹੜੇ ਇਹਨਾਂ ਦੇ ਮੁਹੱਲਾ ਕਲੀਨਿਕ ਬਣੇ ਆ ਨਾ, ਉੱਥੇ ਜਾ ਕੇ ਆਲੇ ਦੁਆਲੇ ਲੋਕਾਂ ਨੂੰ ਪੁੱਛ ਕੇ ਆਇਆ ਵੀ ਕਿੰਨਿਆਂ ਕੁ ਦਾ ਇਲਾਜ ਹੋਇਆ ਕਿਸੇ ਦੇ। ਇਹਨਾਂ ਨਾਲੋਂ ਵਧੀਆ ਤਾਂ ਪੁਰਾਣੀਆਂ ਜਿਹੜੀਆਂ ਸਰਕਾਰਾਂ, ਜਿਹੜੇ ਕਹਿੰਦੇ 70 ਸਾਲ ਵਾਲੀਆਂ, ਉਹਨਾਂ ਦੀਆਂ ਡਿਸਪੈਂਸਰੀਆਂ ਚੱਲਦੀਆਂ ਸੀ, ਉੱਥੇ ਇੰਜੈਕਸ਼ਨ ਲੱਗਦੇ ਸੀਗੇ, ਦਵਾਈਆਂ ਆਉਂਦੀਆਂ ਹੁੰਦੀਆਂ ਸੀ, ਮੱਛਰ ਮਾਰਨ ਵਾਲੀਆਂ ਦਵਾਈਆਂ ਆਉਂਦੀਆਂ ਹੁੰਦੀਆਂ ਸੀ, ਪਾਣੀ 'ਚ ਪਾਉਣ ਵਾਲੀਆਂ ਦਵਾਈਆਂ ਆਉਂਦੀਆਂ ਹੁੰਦੀਆਂ ਸੀਗੀਆਂ ਬਰਸਾਤਾਂ ਦੇ ਦਿਨਾਂ ਦੇ ਵਿੱਚ, ਠੀਕ ਆ। ਔਰ ਗਲੀ ਗਲੀ ਘਰ ਘਰ ਜਿਹੜਾ ਉਹ ਛਿੜਕਾਓ ਕਰਕੇ ਜਾਂਦੇ ਹੁੰਦੇ ਸੀ। ਹੁਣ ਤੁਸੀਂ ਕਦੀ ਦੇਖਿਆ ਹੁੰਦਾ? ਕਦੀ ਵੀ ਨਹੀਂ ਹੁੰਦਾ। ਪਸ਼ੂਆਂ ਦੇ ਜਿਹੜੇ ਹਸਪੀਟਲ ਸੀਗੇ, ਜਾ ਕੇ ਸਾਡੇ ਇੱਥੇ ਨਾਲ ਜਾਂ ਬਡਾਲਾ ਪਿੰਡਾਂ ਜਾਂ ਹੋਰ ਵੀ ਪਿੰਡਾਂ ਦੇ ਵਿੱਚ ਜਾ ਕੇ ਕਦੇ ਦੇਖਿਓ ਵੀ ਉੱਥੇ ਕੋਈ ਡਾਕਟਰ ਹੈਗਾ? ਹੁਣ ਜਿੱਦਣ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਡਾਕਟਰ ਹੀ ਹੈ ਨਹੀਂ, ਦਵਾਈਆਂ ਵੀ ਹੈ ਨਹੀਂ, ਉੱਥੋਂ ਮਾਰਾ ਫਰਿੱਜਾਂ ਵੀ ਗਾਇਬ ਹੋ ਗਈਆਂ। ਹਾਂ, ਤੇ ਪਹਿਲਾਂ ਇਹ ਨਹੀਂ 70 ਸਾਲ ਦਿੱਤਾ ਨਹੀਂ। ਏਮਸ ਕਿਹਨੇ ਬਣਾਇਆ? ਕੇਜਰੀਵਾਲ ਨੇ ਬਣਾਇਆ। ਬਠਿੰਡੇ ਜਿਹੜਾ ਬਣਿਆ ਉਹ ਪਿਛਲੀਆਂ ਸਰਕਾਰਾਂ ਨਹੀਂ ਬਣਾਇਆ। ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਸੁਵਿਧਾ ਸੈਂਟਰ ਖੋਲ੍ਹੇ ਸੀਗੇ, ਲੋਕਾਂ ਦੇ ਕੰਮ ਹੁੰਦੇ ਸੀਗੇ, ਉਹ ਇਹਨਾਂ ਨੇ ਬੰਦ ਕਰਕੇ ਉੱਥੇ ਮੁਹੱਲਾ ਕਲੀਨਿਕ ਬਣਾ ਦਿੱਤੇ 70। ਜ਼ਿਆਦਾ ਕਹੋ ਨਾ ਵੀ ਨਵੇਂ ਬਣਾਏ ਆ ਤੁਸੀਂ ਇਹ ਕਿੱਟ ਵੀ ਲਾਈ ਤਾਂ ਦੱਸੋ, ਠੀਕ। ਤੁਸੀਂ ਦੱਸੋ ਕਿਹੜਾ ਹਸਪੀਟਲ ਇਹਨਾਂ ਨੇ ਬਣਾਤਾ, ਕਿਹੜਾ ਸਕੂਲ ਬਣਾਤਾ? ਸਕੂਲਾਂ ਦੀਆਂ ਅੱਜ ਫੀਸਾਂ ਕਿੰਨੀਆਂ? ਇੱਕ ਵੀ ਯੂਨੀਵਰਸਿਟੀ ਨੂੰ ਇਹਨਾਂ ਨੇ ਜਿੰਦਾ ਲਾਇਆ? ਹਾਂ, ਰਾਜ ਸਭਾ ਜ਼ਰੂਰ ਦੇ ਦਿੱਤੀ ਲਵਲੀ ਵਾਲੇ ਨੂੰ। ਲਵਲੀ ਵਾਲੇ ਨੇ ਆਮ ਆਦਮੀ ਪਾਰਟੀ ਦੀਆਂ ਦਰੀਆਂ ਵਿਛਾਈਆਂ ਸੀ, ਵੋਟਾਂ ਮੰਗੀਆਂ ਸੀ, ਉਹ ਆਮ ਆਦਮੀ ਪਾਰਟੀ ਦਾ ਵਰਕਰ ਸੀ, ਮੋਟਾ ਫੰਡ ਲਿਆ। ਤੇ ਜੇ ਜਿਨ੍ਹਾਂ ਨੇ ਫਿਰ ਜਿਹੜਾ ਕਹਿੰਦੇ ਦਿੰਦਾ ਹੁੰਦਾ ਨਾ, ਜਿਹੜਾ ਮੀਨਿੰਗ ਸਹਾਰਾ ਦਿੰਦਾ, ਉਹ ਇਸ਼ਾਰਾ ਵੀ ਨਾਲ ਦਿੰਦਾ। ਜੇ ਮਹਾਰਾਜ ਉਹਨੇ ਫੰਡ ਦੇ ਕੇ ਰਾਜ ਸਭਾ ਲਈ ਹੈ ਨਾ ਮੋਟੇ, ਜੇ ਉਹਨੇ ਗੁਜਰਾਤ ਫੰਡ ਭੇਜਿਆ ਹੋਊਗਾ ਹੁਣ, ਤੇ ਹਿਮਾਚਲ ਭੇਜਿਆ ਹੋਊਗਾ, ਤੇ ਉਹਨੇ ਮਹਾਰਾਜ ਫਿਰ ਉਹਨੇ ਕਹਿਣਾ ਮੈਨੂੰ ਘਰ ਵੀ ਢਾਹ ਕੇ ਜ਼ਮੀਨ ਖਾਲੀ ਕਰਾ ਕੇ ਵੀ ਦਿਓ, ਠੀਕ ਹੈ ਨਾ। ਫਿਰ ਚੱਲਣਾ ਵੀ ਪੈਣਾ ਉਹਨਾਂ ਦੇ ਕਹਿਣ 'ਤੇ। ਬਿਲਕੁਲ। ਨੌਜਵਾਨ ਵੀਰ ਨੇ ਹੋਰ ਵੀ ਬਾਈ ਜੀ, ਪੰਜਾਬ ਪੁਲਿਸ ਦਾ ਜੇ ਆਪਾਂ ਰਵੱਈਆ ਦੇਖੀਏ, ਪੰਜਾਬ ਪੁਲਿਸ ਲੋਕਾਂ ਦੀ ਸੇਵਾ ਕਰਨ ਵਾਸਤੇ ਆ, ਗੱਡੀਆਂ ਤੇ ਲਿਖਿਆ ਹੁੰਦਾ, ਥਾਣਿਆਂ ਤੇ ਲਿਖਿਆ ਹੁੰਦਾ ਪੰਜਾਬ ਪੁਲਿਸ ਆਪ ਜੀ ਦੀ ਸੇਵਾ ਦੇ ਵਿੱਚ। ਪੰਜਾਬ ਪੁਲਿਸ ਦੇ ਇੱਕ DCP ਵੱਲੋਂ ਇੱਕ ਸ਼ਬਦਾਵਲੀ ਵਰਤੀ ਗਈ ਹੈ, ਇੱਕ ਪਰਿਵਾਰ ਦੇ ਨਾਲ ਮਾਤਾਵਾਂ ਵੀ ਖੜੀਆਂ ਸੀ, ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਨੌਜਵਾਨ ਲੋਕ ਨੇ, ਜਿਹੜੇ ਨੌਜਵਾਨ ਵੀਰ ਨੇ, ਉਹੀ ਹੇਠਾਂ ਕਮੈਂਟ ਕਰਦੇ ਨੇ, ਤੁਸੀਂ ਕਿਵੇਂ ਦੇਖਦੇ ਹੋ ਜੀ?
ਬਹੁਤ ਹੀ ਮੰਦਭਾਗੀ ਜਿਹੜੀ ਗੱਲਬਾਤ ਡੀਸੀਪੀ ਨੇ ਕੀਤੀ ਹੈਗੀ ਆ। ਸੋ ਮੈਂ ਸਮਝਦਾ ਵੀ ਲੋਕਤੰਤਰ ਨੂੰ ਖਤਮ ਕਰਨ ਦਾ ਜਿਹੜਾ ਆ ਇਹ ਤਰੀਕਾ ਹੈਗਾ ਆ। ਸੋ ਜਿੱਦਾਂ ਦੀ ਉਹ ਲੈਂਗੁਏਜ ਸੀ, ਅਨਪਾਰਲੀਮੈਂਟਰੀ ਲੈਂਗੁਏਜ ਸੀਗੀ, ਅਬਿਊਜ਼ ਜਿੰਨਾ ਉਹ ਹੋਇਆ ਹੈਗਾ ਆ। ਸੋ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਆਪਣੇ ਪਦ ਤੇ ਅਹੁਦੇ ਤੇ ਰਹਿਣ ਦਾ ਜਿਹੜਾ ਹੱਕ ਹੈਗਾ ਆ, ਕਿਉਂਕਿ ਜੋ ਉਹਨੇ ਗਾਲਾਂ ਕੱਢੀਆਂ ਤੋ ਕੋਈ ਉਹ ਸੁਣ ਨਹੀਂ ਸਕਦਾ। ਇੱਕ ਤਾਂ ਉਹ ਲੋਕ ਵਿਚਾਰੇ ਇਹ ਜਿਹੜੀ ਆ ਆਫਤ ਸੀਗੀ, ਸਰਕਾਰੀ ਆਫਤ, ਇੱਕ ਕੁਦਰਤੀ ਆਫਤ ਹੁੰਦੀ, ਸਰਕਾਰੀ ਆਫਤ ਝੇਲ ਰਹੇ ਸੀਗੇ। ਉਦੋਂ ਉੱਤੋਂ ਜਿਹੜੀਆਂ ਉਹਨੇ ਗੰਦੀਆਂ ਗਾਲਾਂ ਕੱਢੀਆਂ, ਇਹਦਾ ਮਤਲਬ ਉਹਨੂੰ ਪਿੱਛੋਂ ਪ੍ਰੈਸ਼ਰ ਸੀ ਵੀ ਜਲਦ ਤੋਂ ਜਲਦ ਇਹਨੂੰ ਖਾਲੀ ਕਰਵਾ ਕੇ ਦਿੱਤਾ ਜਾਵੇ। ਸੋ ਅਸੀਂ ਇਹ ਗੱਲ ਕਹਿੰਦੇ ਆ ਵੀ ਕਾਰਪੋਰੇਟਾਂ ਦੇ ਇਸ਼ਾਰਿਆਂ ਤੇ ਇਹ ਗੌਰਮੈਂਟ ਚੱਲ ਰਹੀ ਹੈਗੀ ਆ। ਮੋਦੀ ਤੇ ਕੇਜਰੀਵਾਲ ਦੇ ਵਿੱਚ ਜੰਗ ਲੱਗੀ ਹੋਈ ਆ। ਮੋਦੀ ਕਹਿੰਦਾ ਮੈਂ ਕਾਰਪੋਰੇਟਾਂ ਦਾ ਵੱਡਾ ਸੇਵਕ ਹਾਂ ਤੇ ਕੇਜਰੀਵਾਲ ਕਹਿੰਦਾ ਮੈਂ ਵੱਡਾ ਸੇਵਕ ਹਾਂ। ਇਹ ਉਹ ਜੰਗ ਨੂੰ ਅੱਗੇ ਲੈ ਕੇ ਜਾ ਰਹੇ ਆ ਦੇਸ਼ ਵਿੱਚ। ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਰੂਲ ਉਹਦੀ ਗੌਰਮੈਂਟ ਦਾ ਹੋਣਾ ਜਿਹੜਾ ਕਾਰਪੋਰੇਟਾਂ ਨੇ ਚਲਾਉਣਾ ਹੈਗਾ, ਕਿਉਂਕਿ ਲੋਕਤੰਤਰ ਡੈਮੋਕ੍ਰੇਸੀ ਦੇ ਸਾਰੇ ਪਿਲਰਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ। ਜੁਡੀਸ਼ਰੀ, ਮੀਡੀਆ, ਲੈਜਿਸਲੇਟਿਵ ਤੇ ਜਿਹੜੀ ਐਗਜ਼ੀਕਿਊਟਰ ਆ, ਜਿਹੜੇ ਐਡਮਿਨਿਸਟ੍ਰੇਸ਼ਨ ਆ, ਇਹ ਸਾਰੇ ਧਿਰਾਂ ਕਮਜ਼ੋਰ ਹੋ ਰਹੀਆਂ ਔਰ ਜਿਹੜਾ ਆ ਦੇਸ਼ ਜਿਹੜਾ ਆ ਕਾਰਪੋਰੇਟ ਡੈਮੋਕ੍ਰੇਸੀ ਵੱਲ ਵੱਧ ਰਿਹਾ। ਵੀ ਇਸ ਦੇਸ਼ ਵਿੱਚ ਲੋਕਾਂ ਦੀ ਵੋਟ ਨਾਲ ਨਹੀਂ, ਕਾਰਪੋਰੇਟਾਂ ਦੇ ਹੱਥਾਂ ਨਾਲ ਫੈਸਲਾ ਹੋਇਆ ਕਰੂਗਾ ਵੀ ਦੇਸ਼ ਵਿੱਚ ਰਾਜ ਕਿਹਨੇ ਕਰਨਾ, ਔਰ ਉਸ ਦਿਸ਼ਾ ਵੱਲ ਨੂੰ ਇਹ ਦੇਸ਼ ਵੱਧ ਵੀ ਰਿਹਾ ਹੈਗਾ ਆ। ਕਾਰਪੋਰੇਟ ਘਰਾਣਿਆਂ ਦਾ ਤੁਸੀਂ ਜ਼ਿਕਰ ਕੀਤਾ, ਇਹ ਮੁਕਤੀ ਕਿਵੇਂ ਮਿਲ ਸਕਦੀ ਹੈ? ਬਹੁਤੇ ਲੋਕ ਕਹਿੰਦੇ ਵੀ ਕਾਰਪੋਰੇਟ ਘਰਾਣੇ ਹਰੇਕ ਮਤਲਬ ਜਿਹੜਾ ਆਪਾਂ ਡਿਪਾਰਟਮੈਂਟ ਦੀ ਗੱਲ ਕਰੀਏ, ਕਿਸੇ ਵੀ ਵਿਭਾਗ ਦੀ ਗੱਲ ਕਰੀਏ, ਕਾਰਪੋਰੇਟ ਘਰਾਣਿਆਂ ਦੀ ਸ਼ਮੂਲੀਅਤ ਹੈ ਉਹਦੇ ਵਿੱਚ। ਉਸ ਤੋਂ ਮੁਕਤੀ ਕਿਵੇਂ ਆਪਾਂ ਨੂੰ ਮਿਲ ਸਕਦੀ ਹੈ? ਇੱਕ ਇਨਕਮ ਦੇ ਉੱਤੇ ਸੀਲਿੰਗ ਲੱਗਣੀ ਚਾਹੀਦੀ ਹੈਗੀ ਆ, ਮੇਰਾ ਮੰਨਣਾ ਆ ਪਰਸਨਲੀ, ਵੀ ਇੱਕ ਆਮਦਨ ਦੇ ਉੱਤੇ ਜਿਹੜਾ ਹੈਗਾ, ਕਿਉਂਕਿ ਮੋਦੀ ਸਰਕਾਰ ਨੇ ਪਿਛਲੇ ਦਿਨੀ ਜਿਹੜਾ 30% ਟੈਕਸ ਹੁੰਦਾ ਸੀ ਕਾਰਪੋਰੇਟ, ਉਹ ਘਟਾ ਦਿੱਤਾ ਹੈਗਾ। ਸੋ ਮੈਂ ਸਮਝਦਾ ਵੀ ਇਸ ਦੇਸ਼ ਦੇ ਵਿੱਚ ਕਿਸੇ ਨੂੰ ਵੀ ਨਿਰੰਕਸ਼ ਆਮਦਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਵੀ ਇਹੀ ਨਹੀਂ ਵੀ ਉਹ ਪੂਰਾ ਦੇਸ਼ ਹੀ ਖਰੀਦ ਲਵੇ। ਹਰ ਵਿਅਕਤੀ ਨੂੰ ਇੱਕ ਸੀਮਤ ਰਾਸ਼ੀ ਤੱਕ ਕਮਾਈ ਕਰਨ ਦਾ, ਜੀਵਨ ਯਾਤਨਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ। ਹਰ ਇੱਕ ਨੂੰ ਬਰਾਬਰ ਓਪਰਚੁਨਿਟੀ ਮਿਲਣੀ ਚਾਹੀਦੀ ਆ। ਇਸ ਦੇਸ਼ ਦੇ ਵਿੱਚ ਐਂ ਲੱਗਦਾ ਵੀ ਲੋਕੀ ਕਹਿੰਦੇ ਵੀ ਕਾਸ਼, ਤੁਸੀਂ ਦੇਖਿਆ ਹੋਣਾ ਵੀ ਲੋਕ ਗੱਲਾਂ ਕਰਦੇ ਆ ਵੀ ਮੈਂ ਕਾਸ਼ ਅੰਬਾਨੀ ਦਾ ਮੁੰਡਾ ਹੁੰਦਾ, ਇਹਦਾ ਮੁੰਡਾ ਹੁੰਦਾ। ਸੋ ਹਰ ਬੰਦੇ ਨੂੰ ਉੱਦਾਂ ਉਸ ਲੈਵਲ ਤੱਕ ਪਹੁੰਚਣ ਦਾ ਅਧਿਕਾਰ ਮਿਲਣਾ ਚਾਹੀਦਾ, ਕਿਉਂਕਿ ਇਹ ਹੌਲੀ ਹੌਲੀ ਪਹਿਲਾਂ ਤਾਂ ਜਿਹੜਾ ਆ ਬਿਜ਼ਨਸ, ਕਿਉਂਕਿ ਜਦੋਂ ਈਸਟ ਇੰਡੀਆ ਕੰਪਨੀ ਵੀ ਆਈ ਸੀ ਤਾਂ ਬਿਜ਼ਨਸ ਦੇ ਨਾਤੇ ਆਈ ਸੀ, ਹੌਲੀ ਹੌਲੀ ਉਹ ਰੂਲਰ ਬਣ ਗਈ ਜਿਹੜੀ ਈਸਟ ਇੰਡੀਆ ਕੰਪਨੀ ਸੀਗੀ, ਅਤੇ ਉਸ ਤੋਂ ਬਾਅਦ ਜਿਹੜਾ ਆ ਉਹ ਡਿਕਟੇਟਰ ਬਣ ਗਈ। ਸੋ ਸਾਨੂੰ ਇਸ ਗੱਲ ਦਾ ਡਰ ਹੈਗਾ ਵੀ ਇਹ ਕੰਪਨੀਆਂ ਜਿਹੜੀਆਂ ਹੈਗੀਆਂ ਆ, ਪ੍ਰਾਈਵੇਟ ਏਜੰਸੀਆਂ ਹੈਗੀਆਂ। ਤੁਸੀਂ ਦੇਖਿਆ ਹੋਣਾ ਨੈਸ਼ਨਲ ਮੀਡੀਆ ਜਿਹੜਾ ਕਿਸੇ ਸਮੇਂ ਸਰਕਾਰੀ ਮੀਡੀਆ ਹੁੰਦਾ ਸੀ, ਦੂਰਦਰਸ਼ਨ ਜਿਹੜਾ ਹੁੰਦਾ ਸੀ, ਦੂਰਦਰਸ਼ਨ ਨੂੰ ਤਾਂ ਹੁਣ ਕੋਈ ਦੇਖਦਾ ਹੀ ਨਹੀਂ ਹੈਗਾ। ਪ੍ਰਾਈਵੇਟ ਪਲੇਅਰਸ ਦੇ ਉੱਤੇ ਸਾਰਾ ਅੰਬਾਨੀ ਐਂਡ ਅਡਾਨੀਜ਼ ਦਾ ਕਬਜ਼ਾ ਹੈਗਾ ਆ। ਸੋ ਅੰਬਾਨੀ ਅਤੇ ਅਡਾਨੀ ਜਿਹੜੇ ਹੈਗੇ ਆ, ਦੋਨੋਂ ਵੜ ਗਏ ਹੈਗੇ ਆ। ਹੌਲੀ ਹੌਲੀ ਇਹ ਦੇਸ਼ ਦੇ ਇੰਸਟੀਟਿਊਸ਼ਨਸ ਵਿੱਚ ਵੀ ਵੜ ਜਾਣਗੇ। ਸੋ ਇਹ ਜੜਾ ਲੋਕਤੰਤਰ ਦੀਆਂ ਖੋਖਲੀਆਂ ਕਰ ਦੇਣਗੇ ਔਰ ਫੈਸਲੇ ਆਪਣੇ ਹੱਕ ਦੇ ਵਿੱਚ ਕਰਵਾਉਣਗੇ। ਇਹੀ ਹੋ ਰਿਹਾ, ਫੈਸਲੇ ਉਹਨਾਂ ਦੇ ਹੱਕ ਦੇ ਵਿੱਚ ਹੋ ਰਹੇ ਆ। ਔਰ ਲੋਕ ਜਿਹੜੇ ਲੋਕ ਬਗਾਵਤੀ ਹੈਗੇ ਆ, ਉਹ ਇਹਨਾਂ ਦਾ ਵਿਰੋਧ ਕਰ ਰਹੇ ਆ। ਔਰ ਮੈਂ ਸਮਝਦਾ ਵੀ ਇਹ ਵਿਰੋਧ ਕਰਨ ਵਾਲੀ ਵੀ ਆਖਰੀ ਪੀੜ੍ਹੀ ਆ। ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਤਾਂ ਇਹ ਗੁਲਾਮੀ ਭਰ ਦੇਣਗੇ, ਗੁਲਾਮੀ ਦੀਆਂ ਜਿਹੜੇ ਆ ਟੀਕੇ ਲਾ ਦੇਣਗੇ, ਇਸ ਕਦਰ ਤੱਕ ਲਾ ਦੇਣਗੇ ਕਿ ਲੋਕ ਉਹ ਵਿਰੋਧ ਹੀ ਨਹੀਂ ਕਰਨਗੇ। ਇਹ ਲੋਕ ਇਹ ਸਮਝਣਗੇ, ਜੀਂਦੇ ਰਹਿਣ ਨੂੰ ਹੀ ਉਹ ਵਿਕਾਸ ਸਮਝਣਗੇ, ਜਿੱਦਾਂ ਅੱਜ ਦੇਸ਼ ਵਿੱਚ ਕਾਫੀ ਹਿੱਸਿਆਂ ਵਿੱਚ ਸਮਝ ਰਹੇ ਆ। ਔਰ ਮੈਂ ਗੱਲ ਕਰਦਾ ਵੀ ਬੁਲਡੋਜ਼ਰ ਜਿਹੜਾ ਚੱਲਣਾ ਹੈਗਾ ਆ, ਬੁਲਡੋਜ਼ਰ ਚੱਲਦੇ ਹੈਗੇ ਆ। ਸੋ ਇਹ ਤਾਂ ਡੈਮੋਕ੍ਰੇਸੀ ਵਿੱਚ ਨਹੀਂ ਇਹੋ ਜਿਹਾ ਹੁੰਦਾ। ਇਹ ਤਾਂ ਲੋਕਾਂ ਨੂੰ ਘਰਾਂ ਨੂੰ ਉਜਾੜ ਕੇ ਕੋਈ ਸੈਟਲਮੈਂਟ ਪਾਲਿਸੀ ਨਹੀਂ ਲਿਆਂਦੀ ਹੈਗੀ, ਕੋਈ ਕੁਛ ਨਹੀਂ ਲਿਆਂਦਾ ਹੈਗਾ। ਇਹ ਤਾਂ ਮਤਲਬ ਕਿ ਲੋਕਤੰਤਰ ਨੂੰ ਖਤਮ ਕਰਨ ਦੀਆਂ ਨਿਸ਼ਾਨੀਆਂ ਦਿੱਤੀਆਂ ਜਾ ਰਹੀਆਂ। ਮੈਂ ਸਮਝਦਾ ਵੀ ਅਸੀਂ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਇਹ ਬੀ ਟੀਮ ਹੈਗੀ RSS ਦੀ। ਇਹ ਭਗਵੰਤ ਮਾਨ ਸਾਹਿਬ ਨੇ ਪ੍ਰੂਵ ਕਰ ਦਿੱਤਾ ਕਿ ਅਸੀਂ ਬੀ ਟੀਮ ਹੈਗੇ ਆ। ਔਰ ਮੈਂ ਸਮਝਦਾ ਵੀ 70 ਸਾਲਾਂ ਦੇ ਵਿੱਚ ਪੰਜਾਬ ਨੇ ਜੋ ਪ੍ਰਤਾੜਿਤ ਕੀਤਾ, ਚਾਹੇ ਉਹ ਕਰਪਟ ਲੀਡਰਸ਼ਿਪ ਨੇ ਪ੍ਰਤਾੜਿਤ ਕੀਤਾ, ਬਟ ਇਹ ਇੱਕ ਮਿਸ਼ਨ ਨਾਲ ਆਏ ਹੋਏ ਆ। ਔਰ ਉਹ ਲੋਕ ਸੀਗੇ, ਚਲੋ ਜਿੱਦਾਂ ਦੇ ਮਰਜ਼ੀ ਸੀਗੇ, ਪਰ ਕਰਪਟ ਸੀਗੇ। ਪਰ ਇਹ ਮੋਸਟ ਕਰਪਟਡ ਆ। ਅਤੇ ਨਾਲੇ ਇਹ ਦਿਲਾਂ ਦੇ ਵਿੱਚ, ਇਹਨਾਂ ਦੇ ਵਿੱਚ ਇੱਕ ਜਿਹੜੀ ਆਈਡੀਓਲੋਜੀ RSS ਵਾਲੀ, ਉਹ ਇਸ ਦੇਸ਼ ਦੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਔਰ ਘੱਟ ਗਿਣਤੀਆਂ ਔਰ ਜਿਹੜੇ ਸ਼ਡਿਊਲ ਕਾਸਟ ਆ ਜਾਂ ਆਦੀਵਾਸੀ ਲੋਕ ਆ ਔਰ ਔਰਤਾਂ ਦੇ ਖਿਲਾਫ ਆ ਇਹਨਾਂ ਦੀ ਆਈਡੀਓਲੋਜੀ RSS ਦੀ ਬੀ ਟੀਮ ਔਰ A ਟੀਮ ਦੀ। ਔਰ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ RSS ਦੀਆਂ ਜਿਹੜੀਆਂ ਵਿੰਗ ਆ, ਇਹਨਾਂ ਤੋਂ ਬਚਣ ਦੀ ਲੋੜ ਆ। ਇਹਨਾਂ ਦੇ ਖਿਲਾਫ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਦੇ ਲਈ ਲੜਾਈ ਲੜਨ ਦੀ ਲੋੜ ਆ। ਔਰ ਜਿਹੜੇ ਤੁਸੀਂ ਦੇਖਿਆ ਹੋਣਾ ਵੀ ਸਟੇਟ ਤੋਂ ਵੀ ਜਾਂ ਇੱਥੋਂ ਵੀ ਗੱਲ ਹੋ ਰਹੀ ਆ, ਇਹ ਕਾਮਨ ਮਿਨੀਮਮ ਪ੍ਰੋਗਰਾਮ ਬਣ ਰਿਹਾ। ਹੁਣ ਆਮ ਲੋਕਾਂ ਨੂੰ ਸਮਝ ਆ ਰਹੀ ਵੀ ਜਿੰਨਾ ਇਸ ਦੇਸ਼ ਦੇ ਉੱਤੇ
ਰਿਸੋਰਸਸ ਹੈਗੇ ਆ, ਦੇਸ਼ ਦੇ ਨੈਚੁਰਲ ਰਿਸੋਰਸਸ ਦੇ ਉੱਤੇ ਕਿਸੇ ਪਰਿਵਾਰ ਦਾ ਕਬਜ਼ਾ ਕਿਵੇਂ ਹੋ ਸਕਦਾ? ਅਗਰ ਅਸੀਂ ਇੱਥੇ ਧਰਤੀ ਦੇ ਉੱਤੇ ਜਨਮ ਲਿਆ ਤਾਂ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਹੈਗਾ, ਪਰ ਉਹ ਬਰਾਬਰਤਾ ਦਾ ਅਧਿਕਾਰ ਕੌਣ ਰੋਕ ਰਿਹਾ ਹੈਗਾ? ਇਹ ਸਾਨੂੰ ਦੇਖਣ ਦੀ ਲੋੜ ਆ। ਇੱਕ ਮੋਨੋਪੋਲੀ ਬਣੀ ਹੋਈ ਆ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਤੇ ਜਿਹੜੇ ਹੈਗੇ ਆ ਲੈਜਿਸਲੇਚਰ ਹੈਗੇ ਆ ਔਰ ਕਾਰਪੋਰੇਟ ਆ, ਇਹ ਤਿੰਨਾਂ ਦਾ ਨੈਕਸਸ ਬਣ ਕੇ ਲੋਕਾਂ ਨੂੰ ਪ੍ਰਤਾੜਿਤ ਕਰ ਰਿਹਾ ਔਰ ਲੋਕਾਂ ਦੇ ਖਿਲਾਫ ਇਹ ਜੰਗ ਛੇੜ ਚੁੱਕਾ ਆ। ਔਰ ਲੋਕਾਂ ਨੂੰ ਵੀ ਹੁਣ ਉਹ ਜੰਗ ਲਈ ਤਿਆਰ ਰਹਿਣਾ ਚਾਹੀਦਾ। ਔਰ ਲੋਕ ਅਗਰ ਜੰਗ ਲਈ ਤਿਆਰ ਨਹੀਂ ਰਹਿਣਗੇ ਤਾਂ ਖਤਾ ਖਾਣਗੇ। ਔਰ ਜਿਹੜੇ ਲੋਕ, ਮੈਂ ਕਹਿੰਦਾ ਸਾਰੇ ਸਾਥੀਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਠੀਕ ਹੈ ਤੁਸੀਂ ਕਿਸੇ ਦੇ ਸਪੋਰਟਰ ਬਣੋ, ਪਰ ਇਹ ਜਿਹੜਾ ਦਰਦ ਹੋਇਆ ਇਹ ਦੇਖਣ ਯੋਗ ਨਹੀਂ ਹੈਗਾ। ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਮੈਂ ਸਮਝਦਾ ਅਗਰ ਤੁਸੀਂ ਜਸਟੀਫਾਈ ਕਰ ਸਕਦੇ ਹੋ ਤਾਂ ਇੱਕ ਵਾਰੀ ਆ ਕੇ ਉਹਨਾਂ ਪਰਿਵਾਰਾਂ ਨਾਲ, ਉਹਨਾਂ ਮਾਵਾਂ ਨਾਲ ਜਾਂ ਉਹਨਾਂ ਬੱਚਿਆਂ ਨਾਲ ਇੱਕ ਵਾਰੀ ਗੱਲ ਤਾਂ ਕਰਕੇ ਦੇਖੋ ਅੱਖਾਂ ਚੱਕਾਂ ਪਾ ਕੇ। ਸੋ ਇਹ ਜਸਟੀਫਾਈ ਨਹੀਂ ਹੈਗਾ। ਪਸ਼ੂ ਦੇਖੋ ਤੁਸੀਂ ਉਹ ਕਿੱਦਾਂ ਹੋਏ ਹੈਗੇ ਆ, ਡੰਗਰਾਂ ਦਾ ਕਿੰਨਾ ਬੁਰਾ ਹਾਲ ਆ, ਬੱਚਿਆਂ ਦਾ ਬੁਰਾ ਹਾਲ ਹੈਗਾ। ਕੋਈ ਇੱਥੇ ਬਾਥਰੂਮ ਨਹੀਂ ਜਾਣ ਨੂੰ ਹੈਗਾ। ਚਲੋ ਰਾਤੀ ਹਜੇ ਪ੍ਰਬੰਧ ਹੋਇਆ ਤੰਬੂਆਂ ਦਾ, ਉਦੋਂ ਪਹਿਲਾਂ ਤਾਂ ਕੋਈ ਤੰਬੂ ਵੀ ਨਹੀਂ ਸੀਗਾ। ਸੋ ਪੰਜਾਬ ਦੀ ਧਰਤੀ 'ਤੇ ਇਹੋ ਜਿਹਾ ਬਿਹਾਰ, ਇਹ ਦਿੱਲੀ ਮਾਡਲ ਮੇਰੇ ਹਿਸਾਬ ਨਾਲ ਇਹੀ ਸੀ ਵੀ ਪੰਜਾਬ ਨੂੰ ਅਸੀਂ ਬਿਹਾਰ ਯੂਪੀ ਬਣਾ ਦੇਣਾ। ਦਿੱਲੀ ਮਾਡਲ ਦਾ ਮੇਨਸ ਇਹ ਸੀ ਵੀ ਜਿੱਦਾਂ ਉੱਥੇ ਲੋਕਾਂ ਤੋਂ ਰਹਿਣ ਲਈ ਘਰ ਹੈ ਨਹੀਂ, ਇਹ ਲੋਕਾਂ ਦੇ ਇੱਥੇ ਬਣੇ ਬਣਾਏ ਘਰ ਢਾਹ ਦੇਣਗੇ। ਦਿੱਲੀ ਮਾਡਲ ਦੇ ਨਤੀਜੇ ਜਿਹੜੇ ਸਾਹਮਣੇ ਆ ਰਹੇ ਆ। ਸੋ ਮੈਂ ਸਮਝਦਾ ਚਲੋ ਜੋ ਵੀ ਹੈਗਾ ਆ, ਸਰਕਾਰਾਂ ਅੱਜ ਵੀ ਜਾਗ ਜਾਣ ਤਾਂ ਠੀਕ ਆ, ਨਹੀਂ ਤਾਂ ਫਿਰ ਲੋਕ ਜਿਹੜਾ ਇਹਨਾਂ ਨੂੰ ਚੰਗੀ ਤਰ੍ਹਾਂ ਜਗਾ ਦੇਣਗੇ। ਵੀ ਰਾਜਨੀਤੀ ਦੀ ਗੱਲ ਕਰ ਲਈਏ, ਆਪਾਂ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਦੇ ਇੱਥੇ ਆਗੂ ਆ ਰਹੇ ਨੇ। ਜੇ ਆਪਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੱਤਾ ਦੇ ਵਿੱਚ, ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਵੀ ਸਰਕਾਰ ਦੀ ਇਹਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਹੈ, ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ, ਉਹ ਘੱਟ ਹੋਣ ਦੇ ਵਿੱਚ ਇਹ ਮਾਣਯੋਗ ਸੁਪਰੀਮ ਕੋਰਟ ਦੇ ਆਰਡਰ ਸੀਗੇ, ਪੁਲਿਸ ਪ੍ਰਸ਼ਾਸਨ ਨੇ ਨਾਲ ਹੋ ਕੇ ਨਜਾਇਜ਼ ਕਬਜ਼ੇ ਹਟਾਏ ਨੇ। ਤਾਂ ਆਮ ਆਦਮੀ ਪਾਰਟੀ ਦੀ ਇਹਨਾਂ ਘਰਾਂ ਨੂੰ ਢਾਉਣ ਦੇ ਵਿੱਚ ਕੋਈ ਜ਼ਿਆਦਾ ਕੋਈ ਖਾਸ ਸ਼ਮੂਲੀਅਤ ਨਹੀਂ ਹੈ। ਨਹੀਂ ਚਲੋ ਹੁਣ ਉਹ ਜੋ ਮਰਜ਼ੀ ਕਹਿ ਸਕਦੇ ਹੈਗੇ ਆ, ਉਹਨਾਂ ਨੂੰ ਅਧਿਕਾਰ ਆ। ਉਹ ਸੋਚਦੇ ਵੀ ਉਹ ਜੇ ਹੁਣ ਸੱਤਾ ਦੇ ਵਿੱਚ ਆ ਗਏ ਆ ਤਾਂ ਉਹ ਬਾਕੀ ਲੋਕਾਂ ਨੂੰ ਬੇਵਕੂਫ ਨਾ ਸਮਝਣ। ਮੈਂ ਤਾਂ ਇਹ ਗੱਲ ਕਹਿੰਦਾ ਉਹਨਾਂ ਨੂੰ। ਸੋਢੀ ਸਾਹਿਬ ਆਏ ਸੀਗੇ, ਬਾਈ ਜੀ ਹੋਰਾਂ ਨਾਲ ਵੀ ਗੱਲ ਹੋਈ ਸੀਗੀ, ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਵੀ ਸਰਕਾਰ ਦਾ ਤਾਂ ਕੋਈ ਇਹਦੇ ਵਿੱਚ ਰੋਲ ਹੀ ਨਹੀਂ ਹੈਗਾ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ, ਪੁਲਿਸ ਪ੍ਰਸ਼ਾਸਨ ਨੇ ਨਾਲ ਹੋ ਕੇ ਨਜਾਇਜ਼ ਕਬਜ਼ੇ ਸੀਗੇ ਜਿਹੜੇ ਉਹ ਹਟਾਏ ਨੇ। ਮੈਂ ਬੇਨਤੀ ਕਰਦਾ, ਦੇਖੋ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਵੇ, ਸੋ ਜਿਹੜੀ ਸਰਕਾਰ ਹੁੰਦੀ ਆ ਹਮੇਸ਼ਾ ਹੀ ਉਹੀ ਨਹੀਂ ਸਹੀ ਹੁੰਦੀ। ਕਈ ਵਾਰੀ ਲੋਕ ਵੀ ਸਹੀ ਹੁੰਦੇ ਆ, ਮੋਸਟ ਆਫਲੀ ਲੋਕ ਹੀ ਸਹੀ, ਲੋਕਤੰਤਰ ਦੇ ਵਿੱਚ ਲੋਕ ਹੀ ਸਹੀ ਹੁੰਦੇ ਆ। ਜੇ ਇਹਨਾਂ ਨੂੰ 42% ਵੋਟ ਪਈ ਆ, 41% ਵੋਟ ਪਈ ਆ, ਤਾਂ 58% ਇਹਨਾਂ ਦੇ ਖਿਲਾਫ ਪਈ ਆ। ਪਰ ਇਹ ਡੈਮੋਕ੍ਰੇਸੀ ਦੀ ਖਾਸੀਅਤ ਆ ਵੀ ਮਲਟੀ ਪਾਰਟੀ ਸਿਸਟਮ ਹੋਣ ਕਰਕੇ ਲੋਕਾਂ ਦਾ ਇਹਨਾਂ ਨੂੰ 50% ਤੋਂ ਜ਼ਿਆਦਾ ਬਹੁਮਤ ਨਹੀਂ ਹੈਗਾ, ਫਿਰ ਵੀ ਇਹ ਸੱਤਾ ਦੇ ਵਿੱਚ ਹੈਗੇ, 92 ਸੀਟਾਂ ਨਾਲ ਹੈਗੇ ਆ। ਸੋ ਅਸੀਂ ਕਹਿੰਦੇ ਵੀ ਉਹ ਸਾਨੂੰ ਬੇਵਕੂਫ ਨਾ ਸਮਝਣ, ਐਵੇਂ ਨਾ ਕਿਸੇ ਗੱਲ ਦਾ ਮਾਣ ਨਾ ਕਰਨ, ਹੰਕਾਰ ਨਾ ਕਰਨ। ਜਿਹੜਾ ਜਲੰਧਰ ਇੰਪਰੂਵਮੈਂਟ ਟਰੱਸਟ ਹੈਗਾ, ਇਹ ਲੋਕਲ ਬਾਡੀ ਜਿਹੜੀ ਹੈਗੀ ਆ, ਮਿਨਿਸਟਰੀ ਹੈਗੀ, ਡਿਪਾਰਟਮੈਂਟ ਹੈਗਾ ਲੋਕਲ ਬਾਡੀਜ਼ ਦਾ, ਇਹ ਉਹਦਾ ਇੱਕ ਵਿਭਾਗ ਹੈਗਾ ਆ। ਔਰ ਜਿਹੜਾ ਲੋਕਲ ਬਾਡੀ ਸਿੱਧੀ ਜਿਹੜੀ ਆ, ਇੰਦਰਜੀਤ ਨਿੱਜਰ ਉਹਦੇ ਮਿਨਿਸਟਰ ਹੈਗੇ ਆ। ਔਰ ਜਿਹੜੇ ਸਾਰੇ ਮਿਨਿਸਟਰਾਂ ਦੇ ਕੈਬਨਿਟ ਦੇ ਹੈੱਡ ਆ ਉਹ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਹੈਗੇ ਆ। ਸੋ ਇਹੋ ਜਿਹੀ ਗੱਲ ਕਰਨੀ ਮੈਂ ਸਮਝਦਾ ਵੀ ਲੋਕਾਂ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਨੂੰ ਅੱਜ ਕੱਲ੍ਹ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਉਹ ਸਮੇਂ ਕਹਿਣ ਦਾ ਭਾਵ ਜਿਹੜਾ ਇੰਪਰੂਵਮੈਂਟ ਟਰੱਸਟ ਦਾ ਬਾਰ-ਬਾਰ ਜ਼ਿਕਰ ਆ ਰਿਹਾ, ਕਹਿੰਦੇ ਵੀ ਇੰਪਰੂਵਮੈਂਟ ਟਰੱਸਟ ਨੇ ਜੀ ਕਬਜ਼ੇ ਹਟਾ ਦਿੱਤੇ ਨੇ। ਹੈ ਤਾਂ ਵੈਸੇ ਸਰਕਾਰੀ ਵਿਭਾਗ ਹੈ, ਬਹੁਤੇ ਲੋਕ ਕਹਿੰਦੇ ਨੇ। ਇਹ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਕੈਬਨਿਟ ਦਾ ਰੈਂਕ ਦੱਸਿਆ, ਜਿਹੜਾ ਕੈਬਨਿਟ ਮੰਤਰੀ ਦਾ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਤੱਕ ਵੀ ਗੱਲ ਪਹੁੰਚ ਗਈ, ਫਿਰ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਵੱਲੋਂ ਇਹਨਾਂ ਦਾ ਕਿਉਂ ਹੱਲ ਨਹੀਂ ਕੀਤਾ ਗਿਆ? ਜਾਂ ਖਾਲਸਾ ਏਡ ਦੀ ਗੱਲ ਕਰ ਲਈਏ, ਪਰ ਖਾਲਸਾ ਏਡ ਵੱਲੋਂ ਕਿਹਾ ਗਿਆ ਕਿ ਸਾਨੂੰ ਲੈਂਡ ਦੇ ਦਿਓ, ਜ਼ਮੀਨ ਦੇ ਦਿਓ, ਅਸੀਂ ਕੰਸਟਰਕਸ਼ਨ ਕਰਕੇ ਇਹਨਾਂ ਦੇ ਘਰ ਬਣਾ ਦਾਂਗੇ। ਨਹੀਂ, ਮੈਂ ਤੁਹਾਨੂੰ ਦੱਸਦਾ, ਭਗਵੰਤ ਮਾਨ ਉੱਤੇ ਦੋ ਵਿਅਕਤੀ ਜਿਹੜੇ ਆ, ਰਾਘਵ ਚੱਡਾ ਤੇ ਇੱਕ ਹੋਰ ਵਿਅਕਤੀ ਹੈਗਾ ਆ, ਉਹ ਅਪਾਇੰਟ ਕੀਤਾ ਕੇਜਰੀਵਾਲ ਨੇ। ਉਹ ਬੇਸਿਕਲੀ ਭਗਵੰਤ ਮਾਨ ਨੋਟ ਅ ਡਿਸੀਜਨ ਮੇਕਰ। ਜਿਹੜਾ ਆਫੀਸਰਸ ਨਾਲ ਗੱਲਬਾਤ ਕਰਦੇ ਆ ਉਹ ਦੋਨੋਂ ਜਾਣੇ ਕਰਦੇ ਹੈਗੇ ਆ, ਜਿਹੜੀ ਪੂਰੀ ਗੌਰਮੈਂਟ ਇਸ ਟਾਈਮ ਰਨ ਕਰ ਰਹੇ ਆ। ਸੋ ਇਸੇ ਕਰਕੇ ਉਹਨਾਂ ਨੂੰ ਪੰਜਾਬ ਦੇ ਇਸ਼ੂਜ਼ ਦਾ, ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਹੀਂ ਪਤਾ ਹੈਗਾ। ਸੋ ਇਸ ਕਰਕੇ ਆ ਵੀ ਭਗਵੰਤ ਮਾਨ ਸਾਹਿਬ ਨੂੰ, ਅਗਰ ਮੈਂ ਸਮਝਦਾ ਵੀ ਉਹਨਾਂ ਦੇ ਵਿੱਚ ਹੈਗਾ ਕੋਈ, ਜਿੱਦਾਂ ਦੀਆਂ ਉਹ ਗੱਲਾਂ ਕਰਦੇ ਹੁੰਦੇ ਸੀ ਗਰੀਬ ਲੋਕਾਂ ਦੀ, ਕਹਿੰਦੇ ਸੀ ਵੀ ਜਦੋਂ ਉਹ ਕੰਪੇਨ 'ਤੇ ਜਾਂਦੇ ਹੁੰਦੇ ਸੀ, ਕਹਿੰਦੇ ਸੀ ਮੱਘਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਤਾਂ ਕਮੀਆਂ ਦੇ ਵਿਹੜੇ ਦਾ ਖਾਲ ਕੀ ਕੀਤਾ ਤੁਸੀਂ ਦੇਖੋ ਜਰਾ, ਕੀ ਹਾਲ ਹੈ। ਇਹ ਕਮੀਆਂ ਦੇ ਵਿਹੜੇ ਸੀ, ਮਿਹਨਤ ਮਜ਼ਦੂਰੀ ਕਰਕੇ ਲੋਕ ਖਾਂਦੇ ਹੁੰਦੇ ਸੀਗੇ। ਤਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਜਿੱਥੇ ਸਾਡੀ ਬਾਣੀ 'ਚ ਲਿਖਿਆ ਵੀ ਜਿਸ ਧਰਤੀ 'ਤੇ ਜਿਹੜੇ ਲੋਕ ਇੱਦਾਂ ਹੋ ਰਿਹਾ ਹੈਗਾ ਆ। ਸੋ ਮੈਂ ਸਮਝਦਾ ਵੀ ਹੁਣ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਵੀ ਹਜੇ ਇੰਨਾ ਕੋੜਾ ਨਹੀਂ ਬੋਲਣਾ ਚਾਹੀਦਾ। ਮੈਨੂੰ ਉਮੀਦ ਆ ਵੀ ਭਗਵੰਤ ਮਾਨ ਜੀ ਦੀ ਗੈਰਤ, ਅਣਖ
ਹਜੇ ਵੀ ਜਾਗੂਗੀ ਔਰ ਉਹ ਕੋਈ ਫੈਸਲਾ ਗਰੀਬਾਂ ਦੇ ਹੱਕ ਵਿੱਚ ਲੈਣਗੇ। ਪਰ ਮੈਨੂੰ ਇਹ ਤਾਂ ਨਹੀਂ ਸੰਭਵ ਹੁੰਦਾ ਦੀਦਾ, ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਅਪੁਆਇੰਟ ਕੀਤਾ ਆ ਉਹ ਬੇਸਿਕਲੀ ਕਾਰਪੋਰੇਟਸ ਦੇ ਹੱਥਾਂ ਦੀਆਂ ਕਠਪੁਤਲੀਆਂ ਹੈਗੀਆਂ ਔਰ ਬੇਸਿਕਲੀ RSS ਦੀ B ਟੀਮ ਆ। ਸੋ ਇਹ ਫੈਸਲਾ ਲੋਕਾਂ ਦੇ ਹੱਕਾਂ 'ਚ ਲਿਆਉਣ ਲਈ ਲੋਕ ਹਿੱਤਾਂ ਦੀ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਨੂੰ ਇਕੱਠੇ ਹੋਣਾ ਪੈਣਾ, ਮਾਨਵਤਾਵਾਦੀ ਲੋਕਾਂ ਨੂੰ ਇਕੱਠੇ ਹੋਣਾ ਪੈਣਾ, ਤਾਂ ਹੀ ਇਹਨਾਂ ਸਮੱਸਿਆ ਦਾ ਹੱਲ ਹੋ ਸਕਦਾ। ਔਰ ਇਹ ਦੇਖਣਾ ਪੈਣਾ ਵੀ ਕੋਈ ਪੋਲੀਟੀਕਲ ਬਦਲਾਅ ਜਿਹੜਾ ਹੈਗਾ ਆ ਲੋਕਾਂ ਨੂੰ ਆਸਰਾ ਨਹੀਂ ਦੇ ਸਕਦਾ। ਬਦਲਾਅ ਸੋਸ਼ਲ ਹੋਣਾ ਚਾਹੀਦਾ ਆ। ਆਪਾਂ ਆਪਣੇ ਇੱਕ ਦੂਜੇ ਦੇ ਪ੍ਰਤੀ ਜਿਹੜੀ ਨਫ਼ਰਤ ਹੈ ਉਹਨੂੰ ਖ਼ਤਮ ਕਰੀਏ ਔਰ ਜਿਹੜੀ ਹੁਣ ਨਵੀਂ ਲੜਾਈ ਦੇਸ਼ ਵਿੱਚ ਸ਼ੁਰੂ ਹੋਣ ਜਾ ਰਹੀ ਆ ਉਸ ਲੜਾਈ ਦੇ ਵਿੱਚ ਅਸੀਂ ਇੱਕ ਦੂਜੇ, ਕਿਉਂਕਿ ਇਸ ਦੇਸ਼ ਦੀ 99% ਆਬਾਦੀ ਗਰੀਬ ਆ ਔਰ 80% BPL ਆ, ਬਿਲੋ ਪਾਵਰਟੀ ਲਾਈਨ ਆ, ਜਿਹੜੇ ਗਰੀਬੀ ਰੇਖਾ ਤੋਂ ਵੀ ਹੇਠਾਂ ਆ। ਸੋ ਉਹਨਾਂ ਲੋਕਾਂ ਨੂੰ ਹੁਣ ਇਕੱਠੇ ਹੋਣਾ ਹੀ ਪੈਣਾ ਆ, ਆਪਸੀ ਈਰਖਾ ਛੱਡ ਕੇ, ਕਿਉਂਕਿ ਪੋਲਰਾਈਜੇਸ਼ਨ ਦੀ ਸਿਆਸਤ ਹੈ, ਡਿਵਾਈਡ ਐਂਡ ਰੂਲ ਹੈ। ਸੋ ਅਸੀਂ ਡਿਵਾਈਡ ਨਹੀਂ ਹੋਣਾ, ਯੂਨਾਈਟਿਡ ਹੋ ਕੇ ਹੀ ਇਹਨਾਂ ਸਰਕਾਰਾਂ ਨਾਲ ਲੜ ਸਕਦੇ ਹਾਂ। ਪਰ ਜਿਹੜੇ ਚਮਚਾ ਕਿਸਮ ਦੇ ਲੋਕ ਆ ਉਹਨਾਂ ਦੀ ਪਛਾਣ ਵੀ ਕਰ ਲਓ। ਔਰ ਮੈਂ ਸਮਝਦਾ ਵੀ ਸਭ ਤੋਂ ਜ਼ਿਆਦਾ ਜੁੱਤੀਆਂ ਹੀ ਚਮਚਿਆਂ ਦੇ ਮਾਰਨੀਆਂ ਚਾਹੀਦੀਆਂ ਜਿਹੜੇ ਲੋਕਾਂ ਦਾ ਨੁਕਸਾਨ ਕਰਦੇ ਆ। ਕਦੀ ਜਿਹੜੇ ਚਮਚੇ ਆ ਇਹ ਕਿਸੇ ਪਾਰਟੀ ਨੂੰ ਲੈ ਕੇ ਆ ਜਾਂਦੇ, ਕਦੀ ਕਿਸੇ ਨੂੰ ਲੈ ਕੇ ਆ ਜਾਂਦੇ ਆ। ਸੋ ਮੈਂ ਸਮਝਦਾ ਵੀ ਪੜ੍ਹੇ ਲਿਖੇ ਜਿਹੜੇ ਨੌਜਵਾਨ ਆ, ਹੁਣ ਮੁੰਡੇ ਨਵੇਂ ਪੜ੍ਹ ਰਹੇ ਹੈਗੇ ਆ, ਬੜੀ ਖੁਸ਼ੀ ਆ। ਜਿਹੜੇ ਸਾਡੇ ਬਾਹਰ ਚਲ ਗਏ ਉਹਨਾਂ ਨੂੰ ਬੜਾ ਵੱਖ-ਵੱਖ ਉਹਨਾਂ ਨੇ ਡੈਮੋਕ੍ਰੇਸੀਆਂ ਦੇਖ ਲਈਆਂ, ਬਾਹਰਲੇ ਮਾਡਲ ਦੇਖ ਲਏ ਹੈਗੇ ਆ। ਸੋ ਉਹਨਾਂ ਨੂੰ ਵੀ ਆ ਕੇ ਪੰਜਾਬ ਦੇ ਲਈ ਜਿਹੜੀ ਆ ਪ੍ਰਚਾਰ ਕਰਨਾ ਚਾਹੀਦਾ ਵੀ ਸਾਨੂੰ ਕਿੱਦਾਂ ਦੀ ਰਾਜਸ਼ਾਹੀ ਚਾਹੀਦੀ ਆ, ਕਿੱਦਾਂ ਦੀ ਡੈਮੋਕ੍ਰੇਸੀ ਚਾਹੀਦੀ ਆ। ਇਹਨਾਂ ਦੇ ਉੱਤੇ ਓਪਨ ਡਿਬੇਟ ਹੋਣੀ ਚਾਹੀਦੀ ਆ। ਸੋ ਮੈਂ ਸਮਝਦਾ ਵੀ ਅੱਜ ਦੀ ਘੜੀ ਜਿਹੜੀ ਦੁੱਖ ਦੀ ਘੜੀ ਆ, ਅਸੀਂ ਇਕੱਠੇ ਹੋਏ ਆ, ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਸੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜ਼ਰੂਰੀ ਨਹੀਂ ਹੈ ਵੀ ਅੱਜ ਇੱਥੇ ਹੀ ਹੋਇਆ ਹੈਗਾ, ਕਿਉਂਕਿ ਸਾਰਾ ਪੰਜਾਬ ਹੀ ਪਾਕਿਸਤਾਨ ਤੋਂ ਉੱਜੜ ਕੇ ਆਇਆ ਹੈਗਾ, ਕਿਤੇ ਨਾ ਕਿਤੇ ਵਸ ਗਿਆ। ਇਹ ਨਹੀਂ ਹੁਣ ਜੇ ਹੁਣ ਨਾਲ ਦੇ ਮਹੱਲੇ ਦਾ ਰੇਟ ਵੱਧ ਜਾਵੇ ਜਾਂ ਪਿਛਲੇ ਉੱਧਰੋਂ ਹੋਰ ਕਿਸੇ ਮਹੱਲੇ ਦਾ ਰੇਟ ਵੱਧ ਜਾਵੇ, ਉੱਥੇ ਪ੍ਰਾਪਰਟੀ ਦਾ ਰੇਟ ਵੱਧ ਜਾਵੇ, ਕਿ ਉਹਨਾਂ ਨੂੰ ਨਜਾਇਜ਼ ਕਬਜ਼ੇ ਕਰਾਰ ਦੇ ਕੇ ਸਰਕਾਰ ਇੱਦਾਂ ਇਹ ਡਿਮੋਲਿਸ਼ ਕਰੀ ਜਾਊਗੀ? ਸਰਕਾਰ ਨੂੰ ਇਹਦਾ ਅਧਿਕਾਰ ਕਿਹਨੇ ਦਿੱਤਾ? ਕਿਉਂਕਿ ਜਦੋਂ ਪਾਕਿਸਤਾਨ 'ਚੋਂ ਅਸੀਂ ਉੱਜੜ ਕੇ ਆਏ ਸੀ ਤਾਂ ਉਦੋਂ ਸਾਡੇ ਬਜ਼ੁਰਗਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਵੀ ਜੋ ਤੁਸੀਂ ਛੱਡ ਕੇ ਆਓਗੇ ਤੁਹਾਨੂੰ ਉਹ ਦਿੱਤਾ ਜਾਊਗਾ। ਔਰ ਬੇਸਿਕਲੀ ਸਾਡੀਆਂ ਫੈਮਲੀਆਂ ਉੱਥੇ ਬਹੁਤ ਕੁਝ ਛੱਡ ਕੇ ਆਈਆਂ। ਸਾਨੂੰ ਦਿੱਤਾ ਕੀ ਸਰਕਾਰ ਨੇ? ਸਾਨੂੰ ਕੁਝ ਵੀ ਨਹੀਂ ਮਿਲਿਆ। ਪਰ ਫਿਰ ਵੀ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਇੱਥੇ ਆਪਣੀ ਜ਼ਿੰਦਗੀ ਬਤੀਤ ਕੀਤੀ ਔਰ ਮਿਹਨਤ ਕਰਕੇ ਜੇ ਕੁਝ ਬਣਾਇਆ ਤੇ ਉਹਨਾਂ ਨੂੰ ਬਣਾਈ ਹੋਈਆਂ ਚੀਜ਼ਾਂ ਨੂੰ ਅਗਰ ਸਰਕਾਰ ਡਿਮੋਲਿਸ਼ ਕਰੀ ਜਾਊਗੀ ਤਾਂ ਫਿਰ ਉਹ ਲੋਕ ਕਿੱਦਾਂ ਇਹਨਾਂ ਨੂੰ ਬਖਸ਼ਣਗੇ ਤੇ ਕਿੱਦਾਂ ਜਿਹੜਾ ਆ ਅਸੀਂ ਕਹਾਂਗੇ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਅਨਸਰੇਬਲ ਆ ਲੋਕਾਂ ਨੂੰ। ਇਹ ਸਰਕਾਰਾਂ ਦਾ ਮੈਨੂੰ ਲੱਗਦੀਆਂ ਵੀ ਅਨਸਰੇਬਲ ਹੈਗੀਆਂ ਕਾਰਪੋਰੇਟਾਂ ਨੂੰ। ਲੋਕਾਂ ਪ੍ਰਤੀ ਤਾਂ ਜਵਾਬਦੇਹੀ ਨਜ਼ਰ ਹੀ ਨਹੀਂ ਆਉਂਦੀ। ਇਹ ਜਿਹੜੇ ਇੰਨੇ ਲੋਕ ਇੰਨੇ ਘਰ ਉਜਾੜੇ ਹੈਗੇ, 100 ਦੇ ਕਰੀਬ ਘਰ ਪਰਿਵਾਰ ਉਜਾੜ ਦਿੱਤੇ ਤੋਂ ਲੋਕ ਇਹਨਾਂ ਦੀ ਜਿਹੜੇ ਲੀਡਰ ਹੈਗੇ, ਤੁਸੀਂ ਦੱਸਿਆ ਕੱਲ੍ਹ ਆਏ ਵੀ ਸੀ ਕਿ ਉਹਨਾਂ ਦੀ ਕੋਈ ਜਵਾਬਦੇਹੀ ਹੈ? ਕੋਈ ਜਵਾਬਦੇਹੀ ਨਹੀਂ। ਉਹਦਾ ਕੋਈ ਜਵਾਬ ਹੀ ਨਹੀਂ ਦੇ ਰਹੇ, ਉਹ ਦੱਸ ਹੀ ਨਹੀਂ ਰਹੇ, ਜਸਟੀਫਾਈ ਨਹੀਂ ਕਰ ਰਹੇ। ਘੱਟੋ ਘੱਟ ਅਫਸਰਾਂ ਨੂੰ ਜਸਟੀਫਾਈ ਕਰਨਾ ਚਾਹੀਦਾ। ਉੱਪਰ ਦੀ ਹੋਰ ਜਿਹੜੀ ਮਾੜੀ ਗੱਲ ਆ ਵੀ ਅਫਸਰ ਜਿਹੜੇ ਗਾਲਾਂ ਕੱਢਦੇ ਗੰਦੀਆਂ ਆ ਕੇ ਜੀ। ਹੁਣ ਇੱਥੇ ਬਾਈ ਜੀ ਪੱਕਾ ਮੋਰਚਾ ਲਗਾ ਲਿਆ ਗਿਆ ਹੈ, ਕੀ ਹੁਣ ਲੱਗਦਾ ਹੈ ਮੋਰਚਾ ਲਗਾਉਣ ਨਾਲ ਕੋਈ ਹੱਲ ਨਿਕਲ ਸਕਦਾ ਹੈ ਜਿਹੜਾ ਮਸਲੇ ਦਾ ਜਿਹੜਾ ਘਰ ਢਹਿ ਢੇਰੀ ਹੋਏ ਨੇ, ਜਾਂ ਸਰਕਾਰ ਦੇ ਕੰਨਾਂ ਤੱਕ ਜਿਹੜੀ ਆਵਾਜ਼ ਪਹੁੰਚ ਪਾਏਗੀ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਨਾਂ ਚੀਜ਼ਾਂ ਦਾ ਹੱਲ ਹੀ ਜਿਹੜਾ ਜਥੇਬੰਦਕ ਹੋਣ ਨਾਲ, ਸੰਘਰਸ਼ ਕਰਨ ਨਾਲ ਆ। ਕੋਈ ਵੀ ਸਮੱਸਿਆ ਦਾ ਹੱਲ ਜਿਹੜਾ ਆ ਜਦੋਂ ਅਸੀਂ ਇਕੱਠੇ ਹੁੰਦੇ ਆ ਜਾਂ ਜੋ ਸਾਡੇ ਨਾਲ ਧੱਕਾ ਹੋ ਰਿਹਾ ਉਹਦੇ ਖਿਲਾਫ ਜਦੋਂ ਅਸੀਂ ਆਵਾਜ਼ ਬੁਲੰਦ ਕਰਾਂਗੇ ਤਾਂ ਉਹਦਾ ਹੱਲ ਪੱਕਾ ਹੀ ਹੋਊਗਾ। ਅੱਜ ਨਹੀਂ ਕੱਲ੍ਹ ਹੋ ਜਾਵੇ, ਸਮਾਂ ਲੰਬਾ ਲੱਗ ਸਕਦਾ ਪਰ ਉਹਦਾ ਹੱਲ ਜ਼ਰੂਰ ਹੋਏਗਾ। ਔਰ ਲੋਕ ਅਗਰ ਜਦੋਂ ਲੜਨ ਦੀ ਤਿਆਰੀ ਕਰ ਲੈਣ, ਉਹ ਠਾਣ ਲੈਣ ਤਾਂ ਉਹਨਾਂ ਦੀਆਂ ਅੱਧੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ। ਇਹੀ ਹੈ ਵੀ ਸਾਡੇ ਸਟੇਟ ਦੀ ਜਨਤਾ ਭੋਲੀ ਭਾਲੀ ਹੈ। ਇਹ ਬੜੇ ਭੋਲੇ ਭਾਲੇ ਲੋਕ ਆ, ਮਿਹਨਤ ਕਰਨ ਵਾਲੇ ਲੋਕ ਆ, ਮਿਹਨਤੀ ਲੋਕ ਆ। ਇਹ ਜ਼ਿਆਦਾ ਦਿਮਾਗੀ ਲੋਕ ਨਹੀਂ ਹੈਗੇ ਬਾਕੀਆਂ ਸਟੇਟਾਂ ਵਾਂਗੂ। ਸੌਰੀ ਟੂ ਸੇ, ਮੇਰਾ ਗਲਤ ਮੀਨਿੰਗ ਨਹੀਂ ਹੈਗਾ। ਮਤਲਬ ਕਿ ਇਹ ਲੋਕ ਜ਼ਿਆਦਾ ਮਤਲਬ ਕਿ ਈਰਖਾਵਾਦੀ ਨਹੀਂ ਹੈਗੇ, ਜਾਂ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਲਾਲਚੀ ਲੋਕ ਨਹੀਂ, ਗਰੀਡੀ ਲੋਕ ਨਹੀਂ ਹੈਗੇ। ਇਹ ਮਿਹਨਤ ਕਰਨ ਵਾਲੇ ਲੋਕ ਆ, ਜਜ਼ਬੇ ਵਾਲੇ ਲੋਕ ਆ, ਹੌਸਲੇ ਵਾਲੇ ਲੋਕ ਆ। ਸੋ ਇਹਨਾਂ ਲੋਕਾਂ ਨੂੰ ਅਗਰ ਤੁਸੀਂ ਛੇੜੋਗੇ ਤਾਂ ਫਿਰ ਸਰਕਾਰਾਂ ਲਈ ਅੱਛੀ ਗੱਲ ਨਹੀਂ ਹੋਊਗੀ। ਇਹ ਲੋਕ ਬੜੇ ਫਿਰ ਪਾਵਰਫੁੱਲ ਆ। ਜਦੋਂ ਇਹਨਾਂ ਨੂੰ ਕੋਈ ਛੇੜਦਾ ਆ ਤਾਂ ਫਿਰ ਉਹਨਾਂ ਨੂੰ ਇਹ ਇੱਦਾਂ ਦਾ ਜਵਾਬ ਦਿੰਦੇ ਆ ਕਿਉਂ। ਤੇ ਉਹ ਸਭ ਤੋਂ ਬਾਅਦ ਅਗਰ ਕਿਸੇ ਧਰਤੀ 'ਤੇ ਅੰਗਰੇਜ਼ ਆ ਕੇ ਬੜੇ ਆ ਤਾਂ ਉਹ ਪੰਜਾਬ ਦੀ ਧਰਤੀ ਸੀ। ਅਗਰ ਕੇਜਰੀਵਾਲ ਨੂੰ ਸਭ ਤੋਂ ਪਹਿਲਾਂ ਅਸੀਂ ਬਾੜ ਲਿਆ ਪੰਜਾਬ 'ਚ, ਇਹਦਾ ਮਤਲਬ ਇਹ ਨਹੀਂ ਵੀ ਤੂੰ ਸਾਡਾ ਘਾਣ ਕਰੇ। ਤੈਨੂੰ ਸਤਿਕਾਰ ਕਰਨਾ ਚਾਹੀਦਾ ਪੰਜਾਬ ਦਾ, ਪੰਜਾਬ ਦੇ ਬਾਗੀ ਲੋਕਾਂ ਦਾ, ਪੰਜਾਬ ਦੀ ਬਾਗੀ ਫਜ਼ੀਅਤ ਦਾ। ਅਗਰ ਇਹ ਇਹੋ ਜਿਹਾ ਘਟਨਾਕ੍ਰਮ ਕਰਨਗੇ ਤਾਂ 5 ਸਾਲ ਸਰਕਾਰ ਨਹੀਂ ਚੱਲੂਗੀ। ਇਹ ਜਲਦੀ ਜਿਹੜਾ ਆ ਲੋਕ ਫਿਰ
ਇਹਨਾਂ ਦੀ ਸਰਕਾਰ ਨੂੰ ਲੋਕ ਸਿੱਟ ਦੇਣਗੇ, MLA ਨਹੀਂ ਲੋਕ ਸਿੱਟ ਦੇਣਗੇ। ਬਹੁਤ ਬਹੁਤ ਸ਼ੁਕਰੀਆ ਬਾਈ ਜੀ ਸਮਾਂ ਦੇਣ ਲਈ। ਸੋ ਇਹ ਲਤੀਫਪੁਰੇ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਜਲੰਧਰ ਦੇ ਇਸ ਇਲਾਕੇ ਦੇ ਵਿੱਚ ਜਿਹੜਾ ਕਬਜ਼ੇ ਨੇ ਇੰਪਰੂਵਮੈਂਟ ਟਰਸਟ ਵੱਲੋਂ ਨਜਾਇਜ਼ ਕਬਜ਼ੇ ਦੱਸ ਕੇ ਜਿਹੜਾ ਹੈ ਮਕਾਨ ਹੈ, ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਇਹ ਘਰ ਹੱਸਦੇ ਵਸਦੇ ਘਰ ਸੀਗੇ ਜਿਨ੍ਹਾਂ ਨੂੰ ਮਲਬੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਤਾਂ ਇੱਥੋਂ ਦੇ ਲੋਕ ਨੇ ਭਾਵੁਕ ਹੋ ਰਹੇ ਨੇ, ਤਾਂ ਸਿੱਧੇ ਤੌਰ ਤੇ ਸਰਕਾਰ ਨੂੰ ਜਿਹੜਾ ਮੌਜੂਦਾ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਨੇ। ਹਾਲਾਂਕਿ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹ ਕਹਿ ਰਹੇ ਨੇ ਕਿ ਮਾਣਯੋਗ ਕੋਰਟ ਦਾ ਜਿਹੜਾ ਹੈ ਡਿਸੀਜਨ ਹੈ ਉਸ ਤੇ ਐਕਸ਼ਨ ਕੀਤਾ ਗਿਆ ਹੈ। ਪਰ ਦੂਸਰੇ ਪਾਸੇ ਇਹ ਵੀ ਗੱਲਾਂ ਸੁਣਨ ਦੇ ਵਿੱਚ ਆ ਰਹੀਆਂ ਨੇ ਕਿ ਪੌਸ਼ ਏਰੀਆ ਹੈ, ਮਹਿੰਗਾ ਇਲਾਕਾ ਹੈ, ਇੱਥੋਂ ਦਾ ਜਿਹੜਾ ਮਰਲਿਆਂ ਦੀ ਗੱਲ ਕੀਤੀ ਜਾਏ ਕੀਮਤਾਂ ਬਹੁਤ ਨੇ ਜ਼ਮੀਨ ਦੀਆਂ, ਤਾਂ ਜਿਸ ਨੂੰ ਲੈ ਕੇ ਇੱਥੇ ਵੱਡੇ ਸ਼ਾਪਿੰਗ ਮਾਲਸ ਬਣਨਗੇ। ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਹੁਣ ਆਉਣ ਵਾਲੇ ਸਮੇਂ ਦੇਖਣਯੋਗ ਹੋਏਗਾ ਕਿ ਇਹ ਲੋਕ ਨੇ ਜਿਹੜੇ ਘਰੋਂ ਬੇਘਰ ਹੋਏ ਨੇ, ਸਰਕਾਰ ਵੱਲੋਂ ਇਹਨਾਂ ਲੋਕਾਂ ਵੱਲ ਕਿੰਨਾ ਕੁ ਧਿਆਨ ਦਿੱਤਾ ਜਾਂਦਾ ਹੈ, ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ। ਮਨਜਿੰਦਰ ਸਿੰਘ ਦੇ ਨਾਲ ਸਿਮਰਨਜੀਤ ਸਿੰਘ ਢਿੱਲੋਂ, ਪੰਜਾਬੀ ਲੋਕ ਚੈਨਲ, ਜਲੰਧਰ।